पीर चोट सुहेली सेल की, लागत ले उसास, चोट सहारे शब्द की, तास गुरु मैं दास। सेल ਦਾ ਮਤਲਬ ਹੁੰਦਾ ਬਰਛੀ, ਨੇਜਾ। ਲਾਗਤ ਦਾ ਮਤਲਬ ਲੱਗਦਿਆਂ, ਸੁਹੇਲੀ ਦਾ ਮਤਲਬ ਸੌਖੀ, ਉਸਾਸ ਦਾ ਮਤਲਬ ਸਾਹ। ਇਸ ਸ਼ਲੋਕ ਦੇ ਅਰਥ ਵਿਦਵਾਨ ਪੁਰਸ਼ਾਂ ਨੇ ਦੋ ਤਰ੍ਹਾਂ ਕੀਤੇ ਨੇ। ਇੱਕ ਤਾਂ ਕਰ ਰਹੇ ਨੇ ਕਿ ਬਰਛੀ ਦੀ ਚੋਟ ਸਹਿਣੀ ਸੌਖੀ ਹੈ, ਕਿਉਂਕਿ ਲੱਗਣ ਤੇ ਬੰਦਾ ਸਾਹ ਲੈ ਲੈਂਦਾ। ਜੇ ਬਰਛੀ ਵੱਜ ਵੀ ਜਾਏ ਨਾ ਤੇ ਮਰਨ ਤੋਂ ਪਹਿਲਾਂ ਇੱਕ ਦੋ ਸਾਹ ਬੰਦਾ ਲੈ ਲੈਂਦਾ, ਨਾਲ ਦੇ ਨਾਲ ਨਹੀਂ ਮਰਦਾ। ਇੱਕ ਤਾਂ ਅਰਥ ਇਹ ਕੀਤਾ ਕਿ ਬਰਛੀ ਲੱਗਣ ਦੀ ਚੋਟ ਜਿਹੜੀ ਹੈ ਸੌਖੀ ਹੈ, ਲੱਗਦਿਆਂ ਬੰਦਾ ਸਵਾਸ ਲੈ ਲੈਂਦਾ। ਪਰ ਸ਼ਬਦ ਦੀ ਜਿਹੜੀ ਚੋਟ ਹੈ ਉਹ ਸਹਾਰਨੀ ਔਖੀ ਹੈ, ਕਿਉਂਕਿ ਗੁਰੂ ਸ਼ਬਦ ਦੀ ਚੋਟ ਲੱਗਦਿਆਂ ਹੀ ਬੰਦੇ ਦੀ ਈਗੋ ਜਿਹੜੀ ਹੈ ਉਹ ਥਾਂ ਤੇ ਹੀ ਖਤਮ ਹੋ ਜਾਂਦੀ ਹੈ। ਇੱਕ ਅਰਥ ਤਾਂ ਇਸ ਤਰ੍ਹਾਂ ਕੀਤਾ ਹੈ। ਲੇਕਿਨ ਭਾਈ ਸਾਹਿਬ ਸਿੰਘ ਜੀ ਜੋ ਅਰਥ ਕਰ ਰਹੇ ਨੇ ਉਹ ਨਵੇਕਲੇ ਢੰਗ ਦੇ ਨਾਲ ਹੈ। ਇੱਥੇ ਸੇਲ ਦਾ ਮਤਲਬ ਨੇਜਾ, ਬਰਛੀ ਨੇਜਾ, ਤੇ ਇਹ ਨੇਜਾ ਕਿਹੜਾ ਹੈ? ਸ਼ਬਦ ਦਾ, ਗੁਰੂ ਦੇ ਉਪਦੇਸ਼ ਦਾ, ਗਿਆਨ ਦਾ। ਲਾਗਤ ਦਾ ਮਤਲਬ ਲੱਗਦਿਆਂ, ਤੇ ਉਸਾਸ ਦਾ ਮਤਲਬ ਹੈ ਸਵਾਸ ਲੈਣਾ। ਕਿ ਗੁਰੂ ਸ਼ਬਦ ਦੇ ਨੇਜੇ ਦੀ ਸੱਟ ਸੁਖਦਾਈ ਹੈ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ, ਲਾਗਤ ਲੈ ਉਸਾਸ ਦਾ ਮਤਲਬ ਉਹ ਸਾਹ ਲੈਣੇ ਸ਼ੁਰੂ ਕਰ ਦਿੰਦਾ ਹੈ, ਮਤਲਬ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਇਹਦਾ ਮੀਨਿੰਗ ਇਹ ਬਣੇਗਾ ਕਿ ਜਿਹਨੂੰ ਗੁਰੂ ਸ਼ਬਦ ਦੇ ਨੇਜੇ ਦੀ ਸੱਟ ਵੱਜਦੀ ਹੈ ਨਾ, ਉਹ ਲੱਗਦਿਆਂ ਸਾਰ ਸਾਹ ਲੈਣੇ ਸ਼ੁਰੂ ਕਰ ਦਿੰਦਾ ਹੈ। ਸਾਹ ਲੈਣ ਦਾ ਮਤਲਬ ਉਹ ਜੀ ਪੈਂਦਾ ਹੈ, ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਜਿਵੇਂ ਪਾਵਨ ਬਾਣੀ ਵਿੱਚ ਕਹਿੰਦੇ ਨੇ ਨਾ, ਆਖਾਂ ਜੀਵਾਂ ਵਿਸਰੈ ਮਰ ਜਾਉ। ਹੁਣ ਦੇਖੋ ਇਹ ਸ਼ਬਦ ਦਾ ਅਰਥ ਕਰਨਾ ਕਿਵੇਂ ਸੌਖਾ ਹੋ ਗਿਆ। ਮੈਂ ਆਪ ਸਾਰੇ ਕਲਾਸ ਵਾਲਿਆਂ ਦੇ ਨਾਲ ਥੋੜੀ ਜਿਹੀ ਵਿਚਾਰ ਕਰਦੇ ਹਾਂ ਕਿ ਜੋ ਆਪਾਂ 10-15 ਸ਼ਬਦ ਲਿਖੇ ਉਹਦਾ ਸਾਨੂੰ ਕੀ ਬੈਨੀਫਿਟ ਹੋਏਗਾ। ਲਾਗਤ ਲਈ ਉਸਾਸ ਸਵਾਹ ਲੈਣਾ ਤੇ ਸਵਾਸ ਲੈਣਾ, ਤੇ ਸਵਾਸ ਲੈਣਾ ਕੀ ਹੈ? ਮਰਨੰ ਬਿਸਰਣੰ ਗੋਬਿੰਦ ਹੈ। ਮੌਤ ਕੀ ਹੈ? ਸੱਚ ਨੂੰ ਵਿਸਾਰ ਦੇਣਾ। ਜੀਵਨ ਕੀ ਹੈ? ਸੱਚ ਦੇ ਨਾਲ ਜੁੜਨਾ। ਆਖਾਂ ਜੀਵਾਂ ਵਿਸਰੈ ਮਰ ਜਾਉ। ਜਦੋਂ ਮੈਂ ਸੱਚ ਦੇ ਨਾਲ ਜੁੜਦਾ ਹਾਂ ਤਾਂ ਮੈਂ ਆਤਮਿਕ ਜੀਵਨ ਜੀਂਦਾ ਹਾਂ, ਪਰ ਜਦੋਂ ਮੈਂ ਸੱਚ ਦੇ ਨਾਲ ਟੁੱਟ ਜਾਂਦਾ ਹਾਂ, ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਹੁਣ ਜਦੋਂ ਉਹਨਾਂ ਸ਼ਬਦਾਂ ਨੂੰ ਤੁਸੀਂ ਪੱਕਿਆਂ ਕਰਕੇ ਅਰਥ ਕਰਨ ਦਾ ਯਤਨ ਕਰੋਗੇ ਤਾਂ ਤੁਸੀਂ ਇਹਨਾਂ ਪਾਵਨ ਅਰਥਾਂ ਨੂੰ ਇਸ ਢੰਗ ਨਾਲ ਸਮਝਣਾ ਸ਼ੁਰੂ ਕਰ ਦਿਓ। ਤਾਂ ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਸੇਲ ਦਾ ਮਤਲਬ ਨੇਜਾ, ਜੋ ਗੁਰੂ ਸ਼ਬਦ ਦਾ ਨੇਜਾ ਹੈ, ਗੁਰੂ ਦੇ ਉਪਦੇਸ਼ ਦਾ ਨੇਜਾ। ਜਦੋਂ ਕਿਸੇ ਨੂੰ ਵੱਜਦਾ ਹੈ, ਜਦੋਂ ਗੁਰੂ ਸ਼ਬਦ ਨੂੰ ਕੋਈ ਸੁਣਦਾ ਹੈ, ਤਾਂ ਉਹ ਲੱਗਦਿਆਂ ਸਾਰ ਹੀ ਸਵਾਸ ਲੈਣੇ ਸ਼ੁਰੂ ਕਰ ਦਿੰਦਾ ਹੈ, ਭਾਵ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਜਿਵੇਂ ਸ਼ੇਖ ਸੱਜਣ ਨੂੰ ਸ਼ਬਦ ਦਾ ਬਾਣ ਲੱਗਿਆ ਤੇ ਸ਼ਬਦ ਦਾ ਬਾਣ ਲੱਗਦਿਆਂ ਹੀ ਉਹਨੇ ਸਵਾਸ ਲੈਣੇ ਸ਼ੁਰੂ ਕਰ ਦਿੱਤੇ, ਭਾਵ ਉਹਨੂੰ ਆਤਮਿਕ ਜੀਵਨ ਮਿਲ ਗਿਆ, ਇਨਸਾਨੀਅਤ ਮਿਲ ਗਈ। ਕੌਡਾ ਭੀਲ, ਉਹਨੂੰ ਸ਼ਬਦ ਦਾ ਬਾਣ ਵੱਜਿਆ ਤੇ ਸ਼ਬਦ ਦਾ ਬਾਣ ਵੱਜਦਿਆਂ ਹੀ ਉਹਦੀ ਜ਼ਿੰਦਗੀ ਸ਼ੁਰੂ ਹੋ ਗਈ। ਭਾਈ ਲਹਿਣਾ ਜੀ, ਗੁਰੂ ਸ਼ਬਦ ਦਾ ਬਾਣ ਵੱਜਿਆ ਤੇ ਬਾਣ ਵੱਜਦਿਆਂ ਹੀ ਜ਼ਿੰਦਗੀ ਸ਼ੁਰੂ ਹੋ ਗਈ ਨਾ, ਜਿਨਨੇ ਕਰਮਕਾਂਡ ਛੱਡ ਦਿੱਤੇ। ਧੰਨ ਗੁਰੂ ਅਮਰਦਾਸ ਜੀ 22 ਸਾਲ ਗੰਗਾ ਤੇ ਜਾਂਦੇ ਰਹੇ, ਇਸ਼ਨਾਨ ਕਰਦੇ ਰਹੇ, ਕਰਮਕਾਂਡ ਕਰਦੇ ਰਹੇ, ਪਰ ਜਦੋਂ ਗੁਰੂ ਸ਼ਬਦ ਦਾ ਬਾਣ ਵੱਜਿਆ, ਨਾਲ ਦੇ ਨਾਲ ਸਵਾਸ ਲੈਣੇ ਸ਼ੁਰੂ ਕਰਤੇ, ਭਾਵ ਆਤਮਿਕ ਜੀਵਨ ਸ਼ੁਰੂ ਹੋ ਗਿਆ। ਤਾਂ ਕਬੀਰ ਜੀ ਕਹਿੰਦੇ ਨੇ ਕਿ ਇਹ ਭਾਈ, ਜੋ ਗੁਰੂ ਸ਼ਬਦ ਦਾ ਨੇਜ਼ਾ ਹੈ, ਇਹਦੀ ਚੋਟ ਸਹਾਰਨੀ ਬਹੁਤ ਸੌਖੀ ਹੈ, ਸੁਹੇਲੀ ਹੈ, ਸੁਖਦਾਇਕ ਹੈ। ਸੁਹੇਲੀ ਦਾ ਮਤਲਬ ਸੁਖ ਦੇਣ ਵਾਲੀ ਹੈ, ਕਿਉਂਕਿ ਜਦੋਂ ਕਿਸੇ ਨੂੰ ਗੁਰੂ ਸ਼ਬਦ ਦੀ ਚੋਟ ਲੱਗਦੀ ਹੈ, ਗੁਰੂ ਗਿਆਨ ਅਸਰ ਕਰਦਾ ਹਿਰਦੇ ਤੇ, ਉਹ ਨਾਲ ਦੇ ਨਾਲ ਆਤਮਿਕ ਜੀਵਨ ਉਹਦਾ ਸ਼ੁਰੂ ਹੋ ਜਾਂਦਾ। ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਭਾਗਾਂ ਵਾਲਾ ਮਨੁੱਖ ਹੈ ਜੋ ਗੁਰੂ ਸ਼ਬਦ ਦੀ ਚੋਟ ਖਾਂਦਾ ਹੈ। ਤੇ ਇੱਥੇ ਗੁਰੂ ਦਾ ਮਤਲਬ ਹੈ ਉੱਚੇ ਜੀਵਨ ਵਾਲਾ, ਸਤਕਾਰਯੋਗ। ਦਾਸ ਦਾ ਮਤਲਬ ਦਾਸ, ਕਿ ਐਸੇ ਸਤਕਾਰਯੋਗ ਬੰਦੇ ਦਾ ਮੈਂ ਦਾਸ ਹਾਂ। ਇਹਦਾ ਕਿਹਦਾ? ਜੋ ਗੁਰੂ ਸ਼ਬਦ ਦੇ ਨੇਜੇ ਦੀ ਚੋਟ ਨੂੰ ਸਹਾਰਦਾ ਹੈ,
ਭਾਵ ਕਿ ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦਾ ਹੈ, ਉਹ ਇਨਸਾਨ ਗੁਰੂ ਰੂਪ ਹੈ, ਸਤਿਕਾਰਯੋਗ ਹੈ, ਤੇ ਮੈਂ ਉਹਦਾ ਦਾਸ ਹੋਣ ਲਈ ਤਿਆਰ ਹਾਂ। ਯਾਨੀ ਐਸੇ ਇਨਸਾਨਾਂ ਦੀ ਅਸਾਂ ਇੱਜ਼ਤ ਸਤਿਕਾਰ ਕਰਨਾ ਹੈ, ਐਸੇ ਇਨਸਾਨਾਂ ਦੀ ਅਸਾਂ ਸੰਗਤ ਕਰਨੀ ਹੈ, ਕਿਉਂਕਿ ਜਦੋਂ ਐਸੇ ਇਨਸਾਨਾਂ ਦੀ ਸੰਗਤ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਵੀ ਸ਼ੁਭ ਗੁਣ ਆਉਣ ਦੀ ਉਮੀਦ ਹੋ ਜਾਏਗੀ। ਤਾਂ ਇਸ ਸ਼ਬਦ ਤੋਂ, ਇਸ ਸ਼ਲੋਕ ਤੋਂ ਸਾਨੂੰ ਜ਼ਿੰਦਗੀ ਵਾਸਤੇ ਕੀ ਮਿਲ ਰਿਹਾ ਹੈ ਕਿ ਜੇ ਸਾਡੇ ਜੀਵਨ ਦੇ ਵਿੱਚ ਕਿਤੇ ਆਤਮਿਕ ਮੌਤ ਹੈ, ਜਾਂ ਅਸੀਂ ਔਗਣਾਂ ਵਾਲੀ ਜ਼ਿੰਦਗੀ ਜੀ ਰਹੇ ਹਾਂ, ਜਾਂ ਸਾਡੇ ਜੀਵਨ ਵਿੱਚ ਦੁੱਖ ਅਸ਼ਾਂਤੀ ਹੈ, ਤਾਂ ਸਾਨੂੰ ਸੈਲਫ ਐਨਾਲਿਸਿਸ ਕਰਨਾ ਚਾਹੀਦਾ ਹੈ ਔਰ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਤਮਿਕ ਜੀਵਨ ਜੀਣਾ ਚਾਹੀਦਾ ਹੈ। ਜਦੋਂ ਆਤਮਿਕ ਜੀਵਨ ਜੀਵੋਗੇ ਤਾਂ ਫਿਰ ਤੁਹਾਨੂੰ ਵੀ ਇਸ ਸੰਸਾਰ ਦੇ ਅੰਦਰ ਮਾਨ, ਆਦਰ ਔਰ ਸਤਿਕਾਰ ਮਿਲੇਗਾ, ਤੇ ਨਾਲ ਐਸੇ ਪੁਰਸ਼ਾਂ ਦੀ ਸੰਗਤ ਕਰਨੀ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇਹ, ਦਿਲ ਹੀ ਪੀਤਰ ਜੋਏ। ਇਹਨੂੰ ਚੜ੍ਹੈ ਨਹੀਂ ਬਿੰਦੀ ਲਗਾ ਕੇ ਪੜਾਂਗੇ, ਚੜ੍ਹੈ, ਕਿਉਂਕਿ ਸੈਕਿੰਡ ਪਰਸਨ ਦੀ ਗੱਲ ਹੈ, ਮੁੱਲਾਂ ਦੇ ਨਾਲ ਡਾਇਰੈਕਟ ਗੱਲ ਹੋ ਰਹੀ ਹੈ। ਮੁਨਾਰੇ ਚੜ੍ਹੈ, ਚੜਨ ਦਾ ਕੋਈ ਫਾਇਦਾ ਨਹੀਂ। ਕਿਆ ਚੜ੍ਹਨ ਦਾ ਮਤਲਬ ਕੀ ਫਾਇਦਾ ਚੜਨ ਦਾ? ਮੁਨਾਰੇ ਕਿਆ ਚੜ੍ਹਨ ਦਾ ਮਤਲਬ ਮੁਨਾਰੇ ਉੱਤੇ ਚੜਨ ਦਾ ਤੈਨੂੰ ਆਪ ਕੋਈ ਲਾਭ ਨਹੀਂ। ਬਾਂਗ ਦੇਹ, ਜਿਹਦੇ ਵਾਸਤੇ ਤੂੰ ਬਾਂਗਾਂ ਦੇ ਰਿਹਾ ਹੈ, ਉੱਚੀ ਉੱਚੀ ਪੁਕਾਰ ਰਿਹਾ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਕਿ ਮੁੱਲਾ ਤੂੰ ਮੁਨਾਰੇ ਤੇ ਕਿਉਂ ਚੜਦਾ ਹੈ, ਤੈਨੂੰ ਉਹਦਾ ਕੋਈ ਲਾਭ ਨਹੀਂ। ਸਾਈਂ ਨਾ ਬਹਿਰਾ ਹੋਏ, ਸਾਈਂ ਦਾ ਮਤਲਬ ਰੱਬ, ਬਹਿਰਾ ਦਾ ਮਤਲਬ ਬੋਲਾ। ਰੱਬ ਕੋਈ ਬੋਲਾ ਨਹੀਂ ਹੈ ਜਿਹਨੂੰ ਇੰਨੀ ਉੱਚੀ ਉੱਚੀ ਆਵਾਜ਼ਾਂ ਮਾਰ ਮਾਰ ਕੇ ਬੁਲਾਉਣਾ ਪਵੇ, ਕਿਉਂਕਿ ਰੱਬ ਤੇ ਸਾਰਿਆਂ ਦੇ ਅੰਦਰ ਹੈ। ਵਿਣ ਬੋਲਿਆ ਸਭ ਕੁਝ ਜਾਣਦਾ, ਉਹ ਤਾਂ ਮੇਰੇ ਬੋਲਣ ਤੋਂ ਬਿਨਾਂ ਹੀ ਸਭ ਕੁਝ ਜਾਣਦਾ ਹੈ। ਮੈਂ ਜਦੋਂ ਝੂਠ ਬੋਲਦਾ ਹਾਂ ਨਾ, ਤੁਹਾਡੇ ਸਾਹਮਣੇ ਤਾਂ ਮੈਂ ਝੂਠ ਬੋਲ ਦਿਆਂਗਾ, ਕੋਈ ਪ੍ਰੋਬਲਮ ਨਹੀਂ ਹੈ, ਭਾਵੇਂ ਮੈਂ ਹੌਲੀ ਆਵਾਜ਼ ਵਿੱਚ ਬੋਲਾਂ, ਉੱਚੀ ਵਿੱਚ ਬੋਲਾਂ, ਲੇਕਿਨ ਮੈਂ ਅੰਦਰਲੇ ਤੋਂ ਕਿਵੇਂ ਛਿਪਾਵਾਂਗਾ? ਅੰਦਰਲੇ ਨੂੰ ਤੇ ਪਤਾ ਹੈ ਨਾ ਮੈਂ ਝੂਠ ਬੋਲ ਰਿਹਾ, ਮੈਨੂੰ ਆਪਣੇ ਆਪੇ ਦਾ ਤੇ ਪਤਾ ਹੈ ਨਾ। ਇਸ ਲਈ ਤੈਨੂੰ ਉੱਚੀਆਂ ਉੱਚੀਆਂ ਪੁਕਾਰਾਂ ਕਰਨ ਦਾ ਕੋਈ ਲਾਭ ਨਹੀਂ। ਜਾ ਕਾਰਨ ਤੂੰ ਬਾਂਗ ਦੇਹ, ਇੱਥੇ ਦੇਹ ਪੜਨਾ ਹੈ, ਦੇ ਰਿਹਾ ਹੈ, ਦੇਂਦਾ ਹੈ। ਜਾ ਕਾਰਨ ਦਾ ਮਤਲਬ ਜਿਸ ਰੱਬ ਦੀ ਖਾਤਰ, ਜਿਹਦੀ ਖਾਤਰ ਤੂੰ ਬਾਂਗ ਦੇ ਰਿਹਾ। ਦਿਲ ਹੀ ਭੀਤਰ, ਦਿਲ ਦਾ ਮਤਲਬ ਮੈਂਟੈਲਿਟੀ, ਆਪਣੇ ਅੰਦਰ। ਜੋਏ ਦਾ ਮਤਲਬ ਵੇਖ। ਤਾਂ ਇਹ ਸਾਰੇ ਸ਼ਲੋਕ ਦਾ ਸ਼ਬਦੀ ਅਰਥ ਕੀ ਹੋਇਆ ਕਿ ਹੇ ਕਬੀਰ ਮੁੱਲਾ, ਮਸਜਿਦ ਦੇ ਮੁਨਾਰੇ ਉੱਤੇ ਚੜਨ ਦਾ ਤੈਨੂੰ ਆਪ ਨੂੰ ਤਾਂ ਕੋਈ ਫਾਇਦਾ ਨਹੀਂ ਹੈ। ਖੁਦਾ ਬੋਲਾ ਨਹੀਂ, ਉਹ ਤੇਰੇ ਦਿਲ ਦੀ ਹਾਲਾਤ ਨੂੰ ਜਾਣਦਾ ਹੈ, ਉਹਨੂੰ ਠੱਗਿਆ ਨਹੀਂ ਜਾ ਸਕਦਾ। ਰੱਬ ਨੂੰ ਇਮੋਸ਼ਨਲ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਯਾਨੀ ਤੈਨੂੰ ਆਪ ਨੂੰ ਬਾਂਗਾਂ ਦੇਣ ਦਾ ਕੋਈ ਫਾਇਦਾ ਨਹੀਂ ਜੇਕਰ ਤੇਰੇ ਆਪਣੇ ਅੰਦਰ ਸੱਚ ਨਹੀਂ। ਤਾਂ ਕਹਿ ਰਹੇ ਨੇ, ਜਾ ਕਾਰਨ ਤੂੰ ਬਾਂਗ ਦੇਹ, ਜਿਸ ਰੱਬ ਦੀ ਨਮਾਜ਼ ਦੀ ਖਾਤਰ ਤੂੰ ਬਾਂਗ ਦੇ ਰਿਹਾ ਹੈ, ਦਿਲ ਹੀ ਭੀਤਰ ਜੋਏ, ਉਹਨੂੰ ਆਪਣੇ ਦਿਲ ਦੇ ਵਿੱਚ ਵੇਖ। ਜੋਏ ਦਾ ਮਤਲਬ ਵੇਖ, ਆਪਣੇ ਦਿਲ ਦੇ ਅੰਦਰ ਵੇਖ, ਉਹ ਤੇਰੇ ਦਿਲ ਦੇ ਅੰਦਰ ਹੈ। ਇਹ ਚੀਜ਼ ਸਮਝਣ ਵਾਲੀ ਹੈ। ਸਾਡੇ ਦਿਲ ਵਿੱਚ, ਦਿਲ ਦਾ ਮਤਲਬ ਸਾਡੀ ਸੋਚ, ਸਾਡਾ ਦਿਮਾਗ, ਮਨ, ਬੁੱਧ, ਚਿੱਤ, ਜੋ ਵੀ ਕਹਿ ਲਓ, ਸਾਡੇ ਅੰਦਰ ਸੱਚਾਈ ਹੈ, ਦਇਆ ਹੈ, ਧਰਮ ਹੈ। ਇਹਨਾਂ ਸਾਰਿਆਂ ਨੂੰ ਆਪਣੇ ਦਿਲ ਦੇ ਵਿੱਚੋਂ ਵੇਖਣਾ ਹੈ, ਇਹਨਾਂ ਗੁਣਾਂ ਨੂੰ ਪ੍ਰਗਟ ਕਰਨਾ ਹੈ। ਅਸੀਂ ਆਪਣੇ ਆਪ ਨੂੰ ਵੇਖਣਾ ਹੈ ਕਿ ਮੇਰਾ ਵਿਹਾਰ ਦੂਜਿਆਂ ਦੇ ਨਾਲ ਕੈਸਾ ਹੈ। ਹੁਣ ਮੈਂ ਮੰਨ ਲਓ 2 ਮਿੰਟ ਵਾਸਤੇ ਗੁਰਬਾਣੀ ਦੀ ਕਥਾ ਕਰ ਰਿਹਾ, ਗੁਰਬਾਣੀ ਦੀ ਵਿਚਾਰ ਕਰ ਰਿਹਾ ਔਰ ਉੱਚੀ ਉੱਚੀ ਕੂਕ ਕੂਕ ਕੇ ਕਰ ਰਿਹਾ, ਪਰ ਮੈਨੂੰ ਆਪਣਾ ਵਿਹਾਰ ਵੀ ਤੇ ਵੇਖਣ ਦੀ ਲੋੜ ਹੈ ਨਾ ਕਿ ਜਿਨ੍ਹਾਂ ਦੇ ਨਾਲ ਮੈਂ ਗੁਰਬਾਣੀ ਦੀ ਵਿਚਾਰ ਕਰਨਾ, ਮੇਰਾ ਵਿਹਾਰ ਇਹਨਾਂ ਨਾਲ ਕੈਸਾ ਹੈ। ਆਪਣੇ ਭੈਣਾਂ ਭਰਾਵਾਂ ਨਾਲ, ਨਾਨਕਿਆਂ ਦਾਦਕਿਆਂ ਨਾਲ, ਸਹੁਰਿਆਂ ਨਾਲ, ਚਾਚਿਆਂ ਤਾਇਆਂ ਨਾਲ, ਸੱਜਣਾ ਮਿੱਤਰਾਂ ਨਾਲ ਮੇਰਾ ਵਿਹਾਰ ਕੈਸਾ ਹੈ? ਕੀ ਮੇਰੇ ਵਿਹਾਰ ਦੇ ਵਿੱਚ ਇਹ ਸਾਰੀਆਂ ਗੱਲਾਂ ਹੈ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ? ਤਾਂ ਜੇ ਮੈਂ ਆਪ ਇਹਨਾਂ ਤੇ ਅਮਲ ਨਹੀਂ ਕਰ ਰਿਹਾ ਤਾਂ ਮੇਰੀਆਂ ਇਹ ਬਾਂਗਾਂ ਦੇਣ ਦੇ ਬਰਾਬਰ ਹੀ, ਮੈਨੂੰ ਆਪ ਨੂੰ ਕੋਈ ਲਾਭ ਨਹੀਂ। ਜਿਹੜਾ ਇਹਨਾਂ ਗੱਲਾਂ ਨੂੰ ਸੁਣ ਕੇ ਅਮਲ ਕਰੇਗਾ ਉਹਨੂੰ ਤੇ ਲਾਭ ਹੋ ਜਾਏਗਾ, ਪਰ ਮੈਨੂੰ ਆਪ ਨੂੰ ਉਹਦਾ ਕੋਈ ਲਾਭ ਨਹੀਂ ਹੈ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਹੇ ਮੁੱਲਾ, ਤੂੰ ਆਪ ਉੱਚਾ ਚੜ ਕੇ ਬਾਂਗਾਂ ਦਿੰਦਾ ਹੈ, ਪਰ ਤੈਨੂੰ ਇਹ ਬਾਂਗਾਂ ਦੇਣ ਦਾ ਲਾਭ ਨਹੀਂ ਹੈਗਾ।
ਜੇ ਤੇਰੇ ਆਪਣੇ ਅੰਦਰ ਸੱਚ ਨਹੀਂ, ਇਸ ਲਈ ਜਿਹਦੇ ਵਾਸਤੇ ਬਾਂਗਾਂ ਦੇ ਰਿਹਾ ਹੈ ਨਾ, ਜਿਹਦੀ ਨਮਾਜ਼ ਵਾਸਤੇ, ਉਹਨੂੰ ਆਪਣੇ ਦਿਲ ਦੇ ਵਿੱਚ ਵੇਖ, ਆਪਣੇ ਦਿਲ ਵਿੱਚ ਉਹਨਾਂ ਗੁਣਾਂ ਨੂੰ ਬਿਠਾ, ਉਹਦੀ ਰਜ਼ਾ ਵਿੱਚ ਤੁਰ, ਉਹਨੂੰ ਆਪਣੇ ਅੰਦਰੋਂ ਪ੍ਰਗਟ ਕਰ, ਫਿਰ ਤਾਂ ਤੈਨੂੰ ਲਾਭ ਹੋਏਗਾ, ਨਹੀਂ ਤੇ ਲਾਭ ਨਹੀਂ ਹੈ। ਔਰ ਇਹ ਗੱਲ ਯਾਦ ਰੱਖਣ ਦੀ ਹੈ, ਆਮ ਜੋ ਧਾਰਮਿਕ ਪੁਜਾਰੀ ਹੈ, ਜਿਹਦੇ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ, ਜੇ ਉਹਨੇ ਕੇਵਲ ਲੋਕਾਂ ਤੱਕ ਹੀ ਉਪਦੇਸ਼ ਨੂੰ ਰੱਖਿਆ ਹੈ ਔਰ ਆਪਣੀ ਰੋਜੀ ਰੋਟੀ ਹੀ ਚਲਾ ਰਿਹਾ ਹੈ, ਤਾਂ ਫਿਰ ਉਹਨੂੰ ਕੋਈ ਆਤਮਿਕ ਲਾਭ ਨਹੀਂ ਹੋਏਗਾ। ਰੋਜੀ ਰੋਟੀ ਚੱਲ ਜਾਏਗੀ, ਮੈਂ ਹੁਣ ਕਥਾ ਕਰਾਂਗਾ, ਮੈਨੂੰ 4 ਪੈਸੇ ਮਿਲ ਜਾਣਗੇ, ਇਹਦੇ 'ਚ ਕੋਈ ਦੋ ਰਾਏ ਨਹੀਂ, ਰੋਜੀ ਰੋਟੀ ਚੱਲ ਜਾਏਗੀ। ਪਰ ਜੇ ਮੈਂ ਇਹਨਾਂ ਬਚਨਾਂ ਤੇ ਆਪ ਅਮਲ ਨਹੀਂ ਕਰਦਾ, ਤਾਂ ਮੈਨੂੰ ਆਤਮਿਕ ਲਾਭ ਨਹੀਂ ਮਿਲੇਗਾ, ਮੇਰੇ ਜੀਵਨ ਵਿੱਚ ਸ਼ਾਂਤੀ ਨਹੀਂ ਆਏਗੀ, ਖੇੜਾ ਨਹੀਂ ਆਏਗਾ, ਪ੍ਰਸੰਨਤਾ ਨਹੀਂ ਆਏਗੀ, ਮੇਰੇ ਆਪਣੇ ਅੰਦਰ ਰੱਬ ਪ੍ਰਗਟ ਨਹੀਂ ਹੋਏਗਾ। ਇਸ ਲਈ ਜ਼ਰੂਰਤ ਹੈ ਕਿ ਰੱਬ ਨੂੰ ਇਮੋਸ਼ਨਲ ਬਲੈਕਮੇਲ ਨਹੀਂ ਕੀਤਾ ਜਾ ਸਕਦਾ, ਉੱਚੀ ਉੱਚੀ ਕੂਕ ਪੁਕਾਰ ਕਰਨ ਦੀ ਜ਼ਰੂਰਤ ਨਹੀਂ ਹੈ, ਸਗੋਂ ਉਹਨੂੰ ਆਪਣੇ ਹਿਰਦੇ ਵਿੱਚ ਵੇਖਣ ਦੀ ਲੋੜ ਹੈ। ਹਰ ਇੱਕ ਦੇ ਅੰਦਰ ਉਹ ਪ੍ਰਭੂ ਵਸ ਰਿਹਾ ਹੈ, ਹਰ ਇੱਕ ਦੇ ਅੰਦਰ ਉਹਦੇ ਗੁਣ ਨੇ, ਉਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰਨਾ ਹੈ। ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ। ਸ਼ੇਖ, ਇਹ ਸ਼ੇਖ ਇੱਕ ਪਦਵੀ ਹੈ, ਸ਼ੇਖ ਇੱਕ ਪਦਵੀ ਹੈ, ਤੇ ਹੁਣ ਸ਼ੇਖ ਦਾ ਸੰਗਿਆ ਹੈ, ਸ਼ੇਖ ਦਾ ਮਤਲਬ ਬਜ਼ੁਰਗ ਵੀ ਹੈ, ਸ਼ੇਖ ਦਾ ਮਤਲਬ ਵਿਦਵਾਨ ਵੀ ਹੈ, ਤੇ ਸ਼ੇਖ ਦਾ ਮਤਲਬ ਮੁਸਲਮਾਨਾਂ ਦੀ ਇੱਕ ਖਾਸ ਜਾਤੀ ਹੈ, ਮੁਸਲਮਾਨਾਂ ਦੀ ਇੱਕ ਖਾਸ ਫਿਰਕਾ ਹੈ। ਇੱਥੇ ਉਹਦੀ ਗੱਲ ਕਰ ਰਹੇ ਨੇ, ਜਿਹੜਾ ਮੁਸਲਮਾਨਾਂ ਦਾ ਇੱਕ ਫਿਰਕਾ ਵੀ। ਸਬੂਰੀ ਦਾ ਮਤਲਬ ਸਬਰ, ਸੰਤੋਖ। ਬਾਹਰਾ ਦਾ ਮਤਲਬ ਬਿਨਾ, ਸਬੂਰੀ ਬਾਹਰਾ ਦਾ ਮਤਲਬ ਸੰਤੋਖ ਤੋਂ ਬਿਨਾ। ਕਿਆ ਹੱਜ ਕਾਬੇ ਜਾਏ, ਕਾਬੇ ਜਾਂਦੇ ਨੇ ਮੁਸਲਮਾਨ ਲੋਕ ਹੱਜ ਕਰਨ ਲਈ, ਜਿਵੇਂ ਆਮ ਧਰਮਾਂ ਦੇ ਲੋਕ ਆਪਣੇ ਆਪਣੇ ਤੀਰਥ ਸਥਾਨਾਂ ਤੇ ਜਾਂਦੇ ਨੇ, ਮੁਸਲਮਾਨ ਵੀ ਕਾਬੇ ਜਾਂਦੇ ਨੇ, ਔਰ ਉਥੋਂ ਦੀ ਉਸ ਯਾਤਰਾ ਨੂੰ ਹੱਜ ਕਹਿੰਦੇ ਨੇ। ਜਿਹੜਾ ਉਹ ਯਾਤਰਾ ਕਰ ਹੁੰਦਾ ਉਹਨੂੰ ਹਾਜੀ ਕਹਿੰਦੇ ਨੇ। ਕਬੀਰ ਜਾਕੀ ਦਿਲ ਸਾਬਤ ਨਹੀਂ, ਇੱਥੇ ਦੇਖੋ ਜਾਕੀ ਕੀ ਸ਼ਬਦ ਫੀਮੇਲ ਜੈਂਡਰ ਹੈ, ਤੇ ਦਿਲ ਦੇ ਲੱਲੇ ਥੱਲੇ ਜੇ ਔਂਕੜ ਹੁੰਦੇ ਤੇ ਹੁੰਦਾ ਨਾ ਕਾ ਸ਼ਬਦ, ਫਿਰ ਮੇਲ ਜੈਂਡਰ ਹੋਣਾ ਸੀ। ਹੁਣ ਇੱਥੇ ਦਿਲ ਨੂੰ ਫੀਮੇਲ ਜੈਂਡਰ ਬਣਾਇਆ ਗਿਆ, ਕਿਉਂਕਿ ਵਿਸ਼ੇਸ਼ਣ ਹੈ ਨਾ ਸਾਬਤ ਦਾ, ਸਾਬਤ ਜਿਹੜਾ ਹੈ ਉਹ ਦਿਲ ਦਾ ਵਿਸ਼ੇਸ਼ਣ ਹੈ। ਜਾ ਕਿ ਦਿਲ ਸਾਬਤ ਨਹੀਂ, ਇੱਥੇ ਸਾਬਤ ਦਾ ਮਤਲਬ ਹੈ ਪਾਕੀਜ਼ਗੀ, ਯਾਨੀ ਦਿਲ ਦੀ ਪਾਕੀਜ਼ਗੀ। ਇਸ ਲਈ ਕੀ ਸ਼ਬਦ ਜਿਹੜਾ ਹੈ ਇੱਥੇ ਫੀਮੇਲ ਜੈਂਡਰ ਹੈ। ਤਾਂ ਕੋ ਕਹਾ ਖੁਦਾਏ, ਕਹਾਂ ਉਹਨੂੰ ਰੱਬ ਕਿੱਥੇ। ਇਹ ਆਖਰੀ ਅਰਥ ਨੇ ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਕਿ ਇਹ ਸ਼ੇਖ ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ, ਤਾਂ ਕਾਬੇ ਦਾ ਹਜ ਕਰਨ ਲਈ ਜਾਣ ਦਾ ਤੈਨੂੰ ਕੋਈ ਲਾਭ ਨਹੀਂ ਹੈ। ਕਾਬੇ ਜਾ ਰਿਹਾ ਹੈ, ਹਜ ਕਰ ਰਿਹਾ ਹੈ, ਪਰ ਤੇਰੇ ਅੰਦਰ ਸੰਤੋਖ ਨਹੀਂ, ਤੇਰੇ ਅੰਦਰ ਤ੍ਰਿਸ਼ਨਾ ਹੈ, ਵਿਕਾਰ ਨੇ, ਪਾਪ ਨੇ, ਅਪਰਾਧ ਨੇ, ਤਾਂ ਫਿਰ ਕਾਬੇ ਜਾਣ ਦਾ ਤਾਂ ਫਾਇਦਾ ਨਾ ਹੋਇਆ ਹੱਜ ਦਾ। ਹੱਜ ਦਾ ਤੇ ਫਾਇਦਾ ਤਾਂ ਸੀ ਕਿ ਉੱਥੇ ਜਾ ਕੇ ਤੈਨੂੰ ਸ਼ਾਂਤੀ ਮਿਲ ਜਾਂਦੀ, ਤੇਰੇ ਅੰਦਰ ਇਨਸਾਨੀਅਤ ਪੈਦਾ ਹੋ ਜਾਂਦੀ, ਤੇਰੇ ਅੰਦਰੋਂ ਲੋਭ ਕ੍ਰੋਧ ਆਦਿਕ ਮੁੱਕ ਜਾਂਦੇ। ਕਬੀਰ ਜਾਤੀ ਦਿਲ ਸਾਬਤ ਨਹੀਂ, ਜਿਸ ਦੇ ਕੋਲ ਦਿਲ ਦੀ ਸਾਬਤੀ ਨਹੀਂ ਹੈ, ਦਿਲ ਦੀ ਪਾਕੀਜ਼ਗੀ ਨਹੀਂ ਹੈ, ਦਿਲ ਦੀ ਅਡੋਲਤਾ ਨਹੀਂ ਹੈ, ਜਿਹਦੇ ਆਪਣੇ ਦਿਲ ਵਿੱਚ ਸ਼ਾਂਤੀ ਨਹੀਂ, ਜਿਹਦਾ ਦਿਲ ਡੋਲਦਾ ਹੈ ਵਿਕਾਰਾਂ ਤੇ, ਤਾਂ ਕੋ ਕਹਾ ਖੁਦਾਏ, ਉਹਦੇ ਭਾਣੇ ਰੱਬ ਕਿਤੇ ਵੀ ਨਹੀਂ ਹੈ। ਤਾਂ ਕੋ ਕਹਾਂ ਖੁਦਾਏ, ਕਹਾਂ ਦਾ ਮਤਲਬ ਕਿੱਥੇ, ਕਿਤੇ ਵੀ, ਉਹਦੇ ਵਾਸਤੇ ਰੱਬ ਕਿਤੇ ਵੀ ਨਹੀਂ ਹੈ। ਹੁਣ ਰੱਬ ਦਾ ਮਤਲਬ ਹੀ ਹੈ ਕਿ ਰੱਬੀ ਗੁਣ, ਤੇ ਜੇ ਬੰਦੇ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ, ਦਿਲ ਵਿੱਚ ਟਿਕਾਵ ਨਹੀਂ, ਸੱਚ ਤੇ ਟਿਕਿਆ ਨਹੀਂ ਮਨ, ਮਨ ਅੰਦਰ ਵਿਕਾਰ ਨੇ, ਮਨ ਭਟਕਦਾ ਹੈ, ਤਾਂ ਉਹਦੇ ਵਾਸਤੇ ਤੇ ਰੱਬ ਕਿਤੇ ਵੀ ਨਹੀਂ ਹੈ ਨਾ। ਇਹ ਚੀਜ਼ ਨੂੰ ਥੋੜਾ ਜਿਹਾ ਸਮਝਣਾ ਵੀ ਕਿਉਂ ਨਹੀਂ, ਕਿਤੇ ਵੀ ਨਹੀਂ, ਕਿਉਂ ਕਹਿ ਰਹੇ ਨੇ। ਹੁਣ ਮੰਨ ਲਓ ਮੈਂ ਕਹਿ ਰਿਹਾ ਸਭ ਮੈਂ ਜੋਤ ਜੋਤ ਹੈ ਸੋਏ, ਪਰ ਮੈਂ ਕਿਸੇ ਔਰਤ ਵੱਲ ਮਾੜੀ ਨਜ਼ਰ ਨਾਲ ਤੱਕਦਾ ਹਾਂ, ਤਾਂ ਮੇਰੇ ਵਾਸਤੇ ਤੇ ਰੱਬ ਨਾ ਹੋਇਆ, ਮੇਰੇ ਵਾਸਤੇ ਤੇ ਰੱਬ ਨਹੀਂ ਹੈ। ਸਭ ਮੈਂ ਜੋਤ ਜੋਤ
है सोए तां सी ना मैं हर एक दे नाल रब वर्गा प्यार सत्कार करदा। रब है सच ते मैं बोलना झूठ ते मेरे वास्ते ते रब किते भी नहीं ना, क्योंकि वो ते सच है, वो सतनाम है। रब है निर्वैर ते मैं तुहाडे नाल करना ईरखा ते मेरे वास्ते ते रब ना ना होया किते भी नहीं है, जिथे मर्जी मैं चला जावां। ਤੇ ਜਿਹੜਾ ਬੰਦਾ ਸ਼ੁਭ ਗੁਣਾਂ ਦਾ ਧਾਰਨੀ ਹੈ ਉਹ ਜਿੱਥੇ ਵੀ ਰਹੇਗਾ ਉੱਥੇ ਉਹਦੇ ਵਾਸਤੇ ਰੱਬ ਹੈ। ਕਿਤੇ ਵੀ ਉਹਨੂੰ ਹੱਜ ਕਾਬੇ ਜਾਣ ਦੀ ਲੋੜ ਨਹੀਂ, ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਉਹ ਜਿੱਥੇ ਵੀ ਹੋਏਗਾ ਉੱਥੇ ਰੱਬ ਹੈ, ਕਿਉਂਕਿ ਰੱਬ ਦੇ ਨਾਲ ਜੁੜਿਆ ਹੋਇਆ ਹੈ। ਤਾਂ ਗੱਲ ਇਕੱਲੇ ਇੱਥੇ ਕਾਜੀ ਦੀ ਨਹੀਂ ਹੈ, ਉਹਦੀ ਤਾਂ ਗੱਲ ਕਰ ਰਹੇ ਨੇ, ਉਹਦੇ ਰਾਹੀਂ ਸਾਂਝਾ ਉਪਦੇਸ਼ ਦੇ ਰਹੇ ਨੇ। ਇਹ ਹਿੰਦੂਆਂ ਵਾਸਤੇ ਵੀ ਹੈ, ਸਿੱਖਾਂ ਵਾਸਤੇ ਵੀ ਹੈ, ਦੂਜੇ ਧਰਮਾਂ ਵਾਸਤੇ ਵੀ ਹੈ। ਗੱਲ ਕਾਜੀ ਦੇ ਨਾਲ ਹੋ ਰਹੀ ਹੈ, ਸੌਰੀ ਸ਼ੇਖ ਦੇ ਨਾਲ ਹੋ ਰਹੀ ਹੈ ਕਿ ਇਹ ਸ਼ੇਖ ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਤਾਂ ਤੈਨੂੰ ਹੱਜ ਕਾਬੇ ਜਾਣ ਦਾ ਕੋਈ ਲਾਭ ਨਹੀਂ ਹੈ। ਜਿਹਦੇ ਦਿਲ ਦੀ ਪਾਕੀਜ਼ਗੀ ਨਹੀਂ, ਸਾਬਤੀ ਨਹੀਂ, ਜਿਹਦੇ ਦਿਲ ਦੇ ਅੰਦਰ ਸ਼ਾਂਤੀ ਨਹੀਂ, ਮਨ ਦੀ ਦ੍ਰਿੜਤਾ ਨਹੀਂ, ਅਖੰਡਤਾ ਨਹੀਂ ਹੈ, ਉਹਦੇ ਵਾਸਤੇ ਰੱਬ ਕਿਤੇ ਵੀ ਨਹੀਂ ਹੈ। ਜਿਹੜਾ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਦਾ ਉਹਦੇ ਵਾਸਤੇ ਰੱਬ ਕਿਤੇ ਵੀ ਨਹੀਂ। ਹੁਣ ਚਾਹੇ ਤੀਰਥਾਂ ਤੇ ਜਾਂਦੇ ਫਿਰੋ ਤਾਂ ਤੀਰਥਾਂ ਤੇ ਜਾਣ ਦਾ ਲਾਭ ਕੀ ਹੋਏਗਾ? ਕੁਛ ਵੀ ਨਾ। ਜਿੰਨੇ ਮਰਜ਼ੀ ਤੀਰਥਾਂ ਤੇ ਨਾ ਲਓ, ਜਿੰਨੀਆਂ ਮਰਜ਼ੀ ਤੀਰਥ ਯਾਤਰਾਵਾਂ ਕਰਾਵੋ, ਜੇ ਦਿਲ ਦੇ ਅੰਦਰ ਅਡੋਲਤਾ ਨਹੀਂ ਆਈ, ਦਿਲ ਅੰਦਰ ਸ਼ੁਭ ਗੁਣ ਨਹੀਂ ਆਏ, ਤਾਂ ਐਸੇ ਲੋਕਾਂ ਵਾਸਤੇ ਕਿਤੇ ਵੀ ਰੱਬ ਨਹੀਂ ਹੈ। ਜਿੱਥੇ ਮਰਜ਼ੀ ਚਲੇ ਜਾਣ ਉਹ ਪ੍ਰਭੂ ਦੇ ਨਾਲ ਨਹੀਂ ਜੁੜ ਪਾਣਗੇ। ਹੁਣ ਉਹਦਾ ਸੋਲੂਸ਼ਨ ਦੱਸਦੇ ਨੇ ਕਬੀਰ, ਅੱਲਾਹ ਕੀ ਕਰ ਬੰਦਗੀ ਜਿਹ ਸਿਮਰਤ ਦੁਖ ਜਾਏ, ਦਿਲ ਮਹਿ ਸਾਈਂ ਪ੍ਰਗਟੈ ਬੁਝੈ ਬਲੰਤੀ ਨਾਏ। ਇਸ ਸ਼ਬਦ ਦਾ ਉਚਾਰਨ ਕਰਾਂਗੇ ਅੱਲਾਹ, ਜਿਵੇਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਹੁਣ ਕਈ ਵੀਰ ਪੈਣਾ ਇਸ ਦਾ ਉਚਾਰਨ ਪਾਠੀ ਵੀਰ ਅੱਲਾਹ ਕਰਦੇ ਨੇ, ਇਹ ਉਹਨਾਂ ਦੀ ਆਪਣੀ ਮਰਜ਼ੀ ਹੈ। ਤੇ ਇਹ ਸ਼ਬਦ ਵੈਸਾ ਹੈ ਅੱਲਾਹ। ਅੱਲਾਹ ਦਾ ਮਤਲਬ ਅਲੱਖ, ਜੋ ਵੇਖਿਆ ਨਹੀਂ ਜਾ ਸਕਦਾ। ਅੱਲਾਹ ਲਹੋਂ ਤੋਂ ਕਿਆ ਕਹੋਂ, ਕਹੋਂ ਤਾਂ ਕੋ ਉਪਕਾਰ। ਅੱਲਾਹ ਦਾ ਮਤਲਬ ਸੰਗਿਆ, ਕਰਤਾਰ, ਖੁਦਾ, ਰੱਬ। ਅੱਲਾਹ ਕੀ ਕਰ ਬੰਦਗੀ, ਰੱਬ ਦੀ ਬੰਦਗੀ ਕਰ, ਯਾਨੀ ਰੱਬ ਦੇ ਗੁਣ ਗਾ। ਹੁਣ ਦੇਖੋ ਅਸਾਂ ਲਿਖਿਆ ਸੀ ਨਾ ਕਿ ਭਗਤੀ ਕੀ ਹੈ। ਗੁਰਬਾਣੀ ਅਨੁਸਾਰ ਰੱਬ ਦੀ ਭਗਤੀ ਕੀ ਹੈ? ਗੁਣਾਂ ਦੇ ਧਾਰਨੀ ਹੋਣਾ। ਤਾਂ ਜਦੋਂ ਉਹ ਚੀਜ਼ਾਂ ਤੁਸੀਂ ਯਾਦ ਕਰ ਲਓਗੇ, ਇੱਥੇ ਬੰਦਗੀ ਆਏਗਾ, ਤਾਂ ਬੰਦਗੀ ਦਾ ਮਤਲਬ ਇੱਥੇ ਆਟੋਮੈਟਿਕਲੀ ਆ ਜਾਏਗਾ ਗੁਣਾਂ ਦੇ ਧਾਰਨੀ ਹੋਣਾ। ਮਾਲਾ ਫੇਰਨਾ, ਸਮਾਧੀਆਂ ਲਾਣੀਆਂ, ਭੋਰਿਆਂ ਚ ਵੜਨ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਰਹਿ ਜਾਣਾ। ਬੰਦਗੀ ਦਾ ਮਤਲਬ ਰੱਬੀ ਗੁਣ ਧਾਰਨ ਕਰਨੇ, ਰੱਬੀ ਰਜ਼ਾ ਵਿੱਚ ਤੁਰਨਾ। ਕਬੀਰ ਅੱਲਾਹ ਕੀ ਕਰ ਬੰਦਗੀ, ਰੱਬ ਦੀ ਸਿਫਤ ਸਲਾਹ ਕਰ, ਜੇ ਸਿਮਰਤ ਦੁੱਖ ਜਾਏ, ਜਿਹਨੂੰ ਯਾਦ ਕੀਤਿਆਂ ਜੋ ਦਿਲ ਦਾ ਵਿਕਾਰ ਹੈ, ਦੁੱਖ ਹੈ, ਉਹ ਦੂਰ ਹੋ ਜਾਂਦਾ ਹੈ। ਦਿਲ ਦਾ ਦੁੱਖ ਦੂਰ ਹੋ ਜਾਂਦਾ ਹੈ ਜੇ ਰੱਬ ਨੂੰ ਯਾਦ ਕੀਤਾ ਜਾਏ। ਕਿਵੇਂ ਹੋ ਜਾਂਦਾ ਹੈ? ਜੇ ਝੂਠ ਫਰੇਬ ਕਰਕੇ ਜ਼ਿੰਦਗੀ ਵਿੱਚ ਦੁੱਖ ਨੇ, ਤੇ ਜੇ ਅਸੀਂ ਸੱਚ ਬੋਲਣ ਲੱਗ ਜਾਈਏ ਤਾਂ ਜੋ ਝੂਠਾਂ ਕਰਕੇ ਦੁੱਖ ਨੇ ਉਹ ਖਤਮ ਹੋ ਜਾਣਗੇ। ਵੈਰ ਵਿਰੋਧ, ਈਰਖਾ ਕਰਕੇ ਜੋ ਦੁੱਖ ਨੇ, ਜੇ ਅਸੀਂ ਪਿਆਰ ਦੇ ਨਾਲ ਰਹਾਂਗੇ ਤਾਂ ਈਰਖਾ ਵਾਲੇ ਜਿਹੜੇ ਦੁੱਖ ਨੇ ਉਹ ਆਟੋਮੈਟਿਕਲੀ ਖਤਮ ਹੋ ਜਾਣਗੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਸਾਡੇ ਦੁੱਖ ਹੋਣ ਤਾਂ ਸਾਨੂੰ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਪੋਜ਼ਿਟਿਵ ਸਕਾਰਾਤਮਕ ਸੋਚ। ਦਿਲ ਮਹਿ ਸਾਈਂ ਪ੍ਰਗਟੈ ਬੁਝੈ ਬਲੰਤੀ ਨਾਏ। ਬਲੰਤੀ ਦਾ ਮਤਲਬ ਬਲਦੀ ਹੋਈ ਅੱਗ, ਜਿਹੜੀ ਤ੍ਰਿਸ਼ਨਾ ਦੀ ਵਿਕਾਰਾਂ ਦੀ ਹੈ। ਨਾਏ ਦਾ ਮਤਲਬ ਨਾਮ, ਤੇ ਨਾਮ ਦਾ ਮਤਲਬ ਕੀ ਹੈ ਜੀ? ਹੁਕਮ। ਦਿਲ ਮਹਿ ਸਾਈਂ ਪ੍ਰਗਟੈ, ਜਦੋਂ ਪ੍ਰਭੂ ਦੀ ਸਿਫਤ ਸਲਾਹ ਕਰੋਗੇ ਤਾਂ ਤੁਹਾਡੇ ਹਿਰਦੇ ਦੇ ਅੰਦਰ ਰੱਬ ਪ੍ਰਗਟ ਹੋ ਜਾਏਗਾ। ਰੱਬ ਪ੍ਰਗਟ ਹੋ ਜਾਏਗਾ, ਗੁਣ ਪ੍ਰਗਟ ਹੋ ਜਾਣਗੇ। ਬੁਝੈ ਬਲੰਤੀ ਨਾਏ, ਨਾਏ ਦਾ ਮਤਲਬ ਨਾਮ ਯਾਨੀ ਰੱਬੀ ਹੁਕਮ। ਰੱਬੀ ਹੁਕਮ ਦੇ ਅੰਦਰ ਤੁਰਦਿਆਂ, ਪ੍ਰਭੂ ਦੀ ਸਿਫਤ ਸਲਾਹ ਕਰਦਿਆਂ, ਜਿਹੜੀ ਵਿਕਾਰਾਂ ਦੀ ਬਲਦੀ ਹੋਈ ਅੱਗ ਹੈ ਉਹ ਬੁਝ ਜਾਏਗੀ। ਵਿਕਾਰਾਂ ਦੀ ਅੱਗ ਬੁਝ ਜਾਏਗੀ ਜਦੋਂ ਅਸੀਂ ਗੁਣ ਗਾਵਾਂਗੇ। ਸੱਚਾਈ, ਦਇਆ, ਪ੍ਰੇਮ, ਮੁਹੱਬਤ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ ਆਦਿਕ
ਤਾਂ ਸਾਡੇ ਅੰਦਰ ਜੋ ਵੈਰ ਦੀ, ਈਰਖਾ, द्वेष ਦੀ ਅੱਗ ਬਲ ਰਹੀ ਸੀ, ਉਹ ਖਤਮ ਹੋ ਜਾਏਗੀ ਔਰ ਬੰਦੇ ਨੂੰ ਸ਼ਾਂਤੀ ਮਿਲੇਗੀ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪ੍ਰਭੂ ਦੇ ਵਿੱਚ ਅਭੇਦ ਹੋ ਸਕੀਏ ਔਰ ਸਾਡੀ ਜ਼ਿੰਦਗੀ ਦੇ ਅੰਦਰ ਰੱਬ ਪ੍ਰਗਟ ਹੋ ਜਾਏ, ਤਾਂ ਉਹਦੇ ਵਾਸਤੇ ਸਿੰਪਲ ਗੱਲ ਹੈ, ਸਿੱਧੀ ਜਿਹੀ, ਅੱਲਾਹ ਕੀ ਕਰ ਬੰਦਗੀ ਦਾ ਮਤਲਬ ਰੱਬ ਦੀ ਸਿਫਤ ਸਲਾਹ ਕਰਨੀ ਹੈ, ਰੱਬੀ ਗੁਣ ਗਾਣੇ ਨੇ। ਰੱਬੀ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਦੁੱਖ ਚਲਾ ਜਾਂਦਾ ਹੈ, ਦਿਲ ਦੇ ਅੰਦਰ ਮਾਲਕ ਆਪ ਪ੍ਰਗਟ ਹੋ ਜਾਂਦਾ ਹੈ, ਯਾਨੀ ਰੱਬੀ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਬੁਝੇ ਬਲੰਤੀ ਨਾਏ ਔਰ ਰੱਬੀ ਹੁਕਮ ਦੇ ਅੰਦਰ ਤੁਰਨ ਦੇ ਨਾਲ, ਰੱਬੀ ਹੁਕਮ ਦੇ ਵਿੱਚ ਤੁਰਨ ਦੇ ਨਾਲ ਜੋ ਜ਼ਿੰਦਗੀ ਦੇ ਅੰਦਰ ਬਲਦੀ ਹੋਈ ਵਿਕਾਰਾਂ ਦੀ ਅੱਗ ਹੈ, ਉਹ ਬਿਲਕੁਲ ਬੁਝ ਜਾਂਦੀ ਹੈ। ਅਗਲੇ ਸ਼ਲੋਕ ਦੇ ਅੰਦਰ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਕਬੀਰ ਜੋਰੀ ਕੀਏ ਜ਼ੁਲਮ ਹੈ, कहता नाउ हलाल, दफ्तर लेखा मांगी है, तब होएगो कौन हवाल। कबीर जोरी किए जुल्म है, जोरी का मतलब धक्का, धक्का कीतिया। हलाल का मतलब जायज, भेटा करन योग, कि रब दे दर ते प्रवान हो गया है, रब दे नाम ते कुर्बानी देने दे लायक हो गया है। दफ्तर लेखा मांगी है, ਜਦੋਂ ਦਫ਼ਤਰ ਵਿੱਚ ਦਰਗਾਹ ਦੇ ਵਿੱਚ ਲੇਖਾ ਮੰਗਿਆ ਜਾਏਗਾ। ਹੁਣ ਦੇਖੋ ਦਫ਼ਤਰ ਕੀ ਹੈ, ਦਰਗਾਹ ਕੀ ਹੈ, ਆਪਾਂ ਵਿਚਾਰ ਕੀਤੀ ਸੀ ਨਾ ਕਿ ਆ ਸਾਰਾ ਸੰਸਾਰ ਹੀ ਦਰਗਾਹ ਹੈ, ਜਿੱਥੇ ਸੱਚ ਦੇ ਆਧਾਰ ਤੇ ਫੈਸਲਾ ਹੋਏਗਾ, ਯੂਨੀਵਰਸਲ ਟਰੁੱਥ ਦੇ ਬੇਸ ਤੇ ਜਿੱਥੇ ਕੋਈ ਚੀਜ਼ ਵਿਚਾਰੀ ਜਾਏਗੀ, ਉੱਥੇ ਜਦੋਂ ਤੇਰੇ ਜੀਵਨ ਨੂੰ ਲੇਖਾ ਮੰਗੀ ਦਾ ਮਤਲਬ ਪਰਖਿਆ ਜਾਏਗਾ ਜੀਵਨ, ਤਬ ਹੋਏਗਾ ਕੌਣ ਹਵਾਲ, ਤਾਂ ਤੇਰਾ ਕੀ ਹਾਲ ਹੋਏਗਾ, ਯਾਨੀ ਤੈਨੂੰ ਫਿਰ ਨਮੋਸ਼ੀ ਦਾ ਮੂੰਹ ਵੇਖਣਾ ਪਵੇਗਾ। ਇਸ ਸ਼ਬਦ ਦੀ ਅਰਥ ਨੇ। ਤਾਂ ਭਾਈ ਸਾਹਿਬ ਸਿੰਘ ਜੀ ਇਸ ਸ਼ਲੋਕ ਦੇ ਅਰਥ ਕਰ ਰਹੇ ਨੇ, ਮੂਲਾਂ ਨੂੰ ਦੱਸ ਕੇ ਤੇ ਕਹਿ ਰਹੇ ਨੇ ਕਿਸੇ ਉੱਤੇ ਧੱਕਾ ਕਰਨਾ ਜ਼ੁਲਮ ਹੈ, ਜੋਰੀ ਕੀ ਇਹ ਜ਼ੁਲਮ ਹੈ, ਧੱਕਾ ਕਰਨਾ ਜ਼ੁਲਮ ਹੈ। ਤੇ ਧੱਕੇ ਦਾ ਮਤਲਬ ਕੋਈ ਜ਼ਰੂਰੀ ਕਤਲ ਕਰਨਾ ਹੀ ਨਹੀਂ ਹੁੰਦਾ। ਦੇਖੋ ਕਿਸੇ ਦੀਆਂ ਸ਼ੁਭ ਭਾਵਨਾਵਾਂ ਦਾ ਕਤਲ ਕਰਨਾ, ਕਿਸੇ ਦੇ ਹੱਕ ਖਾ ਜਾਣੇ, ਕਿਸੇ ਨੂੰ ਨੀਵਾਂ ਵਿਖਾਣਾ, ਕਿਸੇ ਦਾ ਦਿਲ ਦੁਖਾਣਾ, ਕਿਸੇ ਵੀ ਢੰਗ ਦੇ ਨਾਲ ਕਿਸੇ ਬੰਦੇ ਦੇ ਉੱਤੇ ਧੱਕਾ ਕਰਨਾ, ਇਹ ਬਹੁਤ ਵੱਡਾ ਜ਼ੁਲਮ ਹੈ। ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਧਾਰਮਿਕ ਲੋਕਾਂ ਦੇ ਅੰਦਰ ਇਹ ਬਿਰਤੀ ਨਹੀਂ ਸੀ ਹੋਣੀ ਚਾਹੀਦੀ। ਹੈਰਾਨਗੀ ਦੀ ਗੱਲ ਇਹ ਹੈ ਕਿ ਧਾਰਮਿਕ ਲੋਕਾਂ ਦੇ ਅੰਦਰ ਇਹ ਧੱਕਾ ਕਰਨ ਵਾਲੀ ਬਿਰਤੀ ਜ਼ਿਆਦੀ ਹੈ। ਦੂਜਿਆਂ ਦੇ ਉੱਤੇ ਉਹ ਥੋਪ ਰਹੇ ਨੇ ਕਿ ਸਾਡੇ ਇਸ ਵਿਚਾਰ ਨੂੰ ਮੰਨੋ, ਸਾਡਾ ਵਿਚਾਰ ਠੀਕ ਹੈ, ਜੇ ਸਾਡਾ ਵਿਚਾਰ ਨਹੀਂ ਮੰਨੋਗੇ ਤੇ ਫਿਰ ਤੈਨੂੰ ਕਤਲ ਕਰਾਂਗੇ। ਧੱਕਾ ਹੀ ਹੋ ਗਿਆ ਨਾ, ਕਿਸੇ ਵੀ ਕਿਸਮ ਦਾ ਧੱਕਾ ਕਰਨਾ, ਚਾਹੇ ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੁੱਧੀ, ਪਾਰਸੀ, ਕਾਲਾ, ਗੋਰਾ, ਅਮੀਰ, ਗਰੀਬ, ਪੜਿਆ, ਅਨਪੜ੍ਹ, ਇਸਤਰੀ, ਪੁਰਸ਼, ਬੱਚੀ, ਬੱਚਾ, ਜਵਾਨ, ਕੋਈ ਵੀ ਹੈ, ਜਿਹੜਾ ਵੀ ਧੱਕਾ ਕਰਦਾ ਹੈ ਉਹ ਗਲਤ ਹੈ। ਤੇ ਕਬੀਰ ਜੀ ਕਹਿੰਦੇ ਨੇ ਤੂੰ ਇਹ ਗੱਲ ਕਹਿਣਾ ਵੀ ਇਹ ਚੀਜ਼ ਹਲਾਲ ਹੋ ਗਈ ਹੈ। ਜਿਵੇਂ ਹੁਣ ਕੋਈ ਕੁਰਬਾਨੀ ਦਾ ਜਾਨਵਰ ਮੁਸਲਮਾਨ ਵੀਰ ਲਿਆਂਦੇ ਨੇ ਨਾ, ਇਹ ਉਹਨਾਂ ਦਾ ਵਿਸ਼ਵਾਸ ਹੈ, ਤੇ ਉਹਨੂੰ ਫਿਰ ਕਲਮਾ ਪੜ੍ਹ ਕੇ ਜ਼ਿਬਾ ਕਰਦੇ ਨੇ, ਤੇ ਜ਼ਿਬਾ ਕਰਕੇ ਫਿਰ ਕਹਿੰਦੇ ਨੇ ਕਿ ਇਹ ਜਿਹੜਾ ਹੈ ਖੁਦਾ ਤੇਰੇ ਤੇ ਖੁਸ਼ ਹੋ ਜਾਏਗਾ ਇਸ ਕੁਰਬਾਨੀ ਦੇ ਨਾਲ। ਕੁਰਬਾਨੀ ਦਿੰਦੇ ਨੇ ਤੇ ਇਸ ਕੁਰਬਾਨੀ ਦੇ ਨਾਲ ਖੁਦਾ ਖੁਸ਼ ਹੋ ਜਾਏ। ਪਰ ਇੱਥੇ ਕਬੀਰ ਜੀ ਜੋ ਗੱਲ ਕਹਿਣਾ ਚਾਹੁੰਦੇ ਨੇ ਵੀ ਤੂੰ ਇਹ ਕਹਿ ਰਿਹਾ ਕਿ ਇਹ ਹਲਾਲ ਹੋ ਗਿਆ ਹੈ, ਇਹਦੇ ਨਾਲ ਖੁਦਾ ਪ੍ਰਸੰਨ ਹੋ ਜਾਏਗਾ, ਇਹ ਕੁਰਬਾਨੀ ਦੇ ਲਾਇਕ ਹੋ ਗਿਆ ਹੈ, ਪਰ ਖਾ ਤੇ ਤੂੰ ਆਪ ਰਿਹਾ ਹੈ। ਜਾਂ ਤੇ ਉਹਨੂੰ ਵੱਢ ਕੇ ਸੁੱਟ ਤੇ ਵੀ ਠੀਕ ਹੈ, ਖੁਦਾ ਖਾ ਲਵੇਗਾ, ਰਿੰਨ ਕੇ ਦੇਗ ਵਿੱਚ ਰੱਖ ਦੇ ਆਪੇ ਖੁਦਾ ਆਣ ਕੇ ਖਾ ਲੇਗਾ, ਖਾ ਤੇ ਆਪ ਰਿਹਾ। ਤੇ ਆਪਣੇ ਜ਼ਬਾਨ ਦੇ ਚਸਕੇ ਵਾਸਤੇ ਵਿੱਚ ਖੁਦਾ ਨੂੰ, ਵਿੱਚ ਧਰਮ ਨੂੰ ਲੈ ਰਿਹਾ ਹੈ। ਤਾਂ ਮੀਟ ਖਾਣਾ ਨਾ ਖਾਣਾ ਇਹ ਇੱਕ ਵੱਖਰਾ ਟੌਪਿਕ ਹੈ, ਆਪਣਾ ਕਿਸੇ ਦਾ ਵਿਚਾਰ ਹੋ ਸਕਦਾ ਹੈ, ਪਰ ਉਹਨੂੰ ਧਰਮ ਦੇ ਨਾਲ ਜੋੜਨਾ, ਰੱਬ ਦੇ ਨਾਲ ਜੋੜ ਕੇ ਵੇਖਣਾ ਕਿ ਰੱਬ ਖੁਸ਼ ਹੋਏਗਾ, ਤੇ ਰੱਬ ਨੂੰ ਖੁਸ਼ ਕਰਨ ਵਾਸਤੇ ਤੇ ਜਾਨਵਰ ਮਾਰਨਾ ਤੇ ਖਾਣਾ ਆਪ, ਯਾਨੀ ਖਾਣਾ ਆਪ ਹੈ, ਨਾਮ ਰੱਬ ਦਾ। ਇੱਥੇ ਇਹ ਪ੍ਰੋਬਲਮ ਹੈ। ਦਫ਼ਤਰ ਲੇਖਾ ਮੰਗੀ ਹੈ, ਦਫ਼ਤਰ ਦਾ ਮਤਲਬ ਦਰਗਾਹ, ਤੇ ਦਰਗਾਹ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਉੱਤੇ ਕੋਈ ਦਰਗਾਹ ਹੈ। ਇਹ ਸਾਰਾ ਸੰਸਾਰ ਹੀ ਦਰਗਾਹ ਹੈ, ਕਿਉਂਕਿ ਜਿੱਥੇ ਰੱਬ ਹੈ ਉੱਥੇ ਉਹਦੀ ਦਰਗਾਹ ਹੈ। ਤੇ ਰੱਬ ਕਿੱਥੇ ਹੈ? ਕਣ ਕਣ ਦੇ ਵਿੱਚ, ਜ਼ਰਰੇ ਜ਼ਰਰੇ ਦੇ ਅੰਦਰ ਸਮਾਇਆ ਹੋਇਆ ਹੈ, ਜਲ ਥਲ ਮਹੀਲ ਪੂਰਿਆ। ਤਾਂ ਹੀ ਉਹਨੂੰ ਹਰ ਆਖਿਆ ਹੈ, ਕਿਉਂਕਿ ਹਰ
ਇੱਕ ਦਾ ਹੈ, ਹਰ ਇੱਕ ਲਈ ਹੈ, ਹਰ ਇੱਕ ਥਾਂ ਤੇ ਹੈ, ਹਰਿਆ ਕਰਨ ਵਾਲਾ ਹੈ। ਤਾਂ ਹੀ ਉਹਨੂੰ ਰਾਮ ਕਿਹਾ ਹੈ ਕਿ ਉਹ ਰਮਿਆ ਹੋਇਆ ਹੈ, ਜ਼ਰਰੇ ਜ਼ਰਰੇ ਦੇ ਅੰਦਰ ਸਮਾਇਆ ਹੋਇਆ ਹੈ। ਤੇ ਜਿੱਥੇ ਉਹ ਸਮਾਇਆ ਉਹਦੀ ਦਰਗਾਹ ਹੀ ਹੈ, ਸਾਰਾ ਸੰਸਾਰ ਹੀ ਦਰਗਾਹ ਹੈ। ਦਰਗਾਹ ਦਾ ਮਤਲਬ ਹੈ ਕਿ ਯੂਨੀਵਰਸਲ ਟਰੁੱਥ। ਜਿੱਥੇ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਕਿਸੇ ਦੀ ਜ਼ਿੰਦਗੀ ਨੂੰ ਪਰਖਿਆ ਜਾਏਗਾ, ਉਹ ਰੱਬੀ ਦਰਗਾਹ। ਉੱਥੇ ਤੇਰਾ ਕੀ ਹਾਲ ਹੋਏਗਾ? ਯਾਨੀ ਨਮੋਸ਼ੀ ਹੋਏਗੀ ਨਾ। ਹੁਣ 2 ਮਿੰਟ ਵਾਸਤੇ ਮੈਂ ਕੁਝ ਗੱਲਾਂ ਕਰ ਰਿਹਾ ਹਾਂ, ਪਰ ਮੇਰੀਆਂ ਇਹ ਗੱਲਾਂ ਯੂਨੀਵਰਸਲ ਟਰੁੱਥ ਤੇ ਪੂਰੀਆਂ ਨਹੀਂ ਉਤਰਦੀਆਂ, ਤਾਂ ਮੈਨੂੰ ਨਮੋਸ਼ੀ ਦਾ ਮੂੰਹ ਤੇ ਵੇਖਣਾ ਪਏਗਾ ਕਿ ਮੇਰੀਆਂ ਗੱਲਾਂ ਠੀਕ ਨਹੀਂ ਹੈ। ਜਦੋਂ ਕੋਈ ਗਿਆਨਵਾਨ ਆਏਗਾ, ਉਹ ਦੱਸੇਗਾ ਕਿ ਯੂਨੀਵਰਸਲ ਟਰੁੱਥ ਤੇ ਇਹ ਹੈ ਤੇ ਭਾਈ ਸਾਹਿਬ ਤੁਸੀਂ ਇਹ ਕਹਿ ਰਹੇ ਹੋ, ਤਾਂ ਮੈਨੂੰ ਜਾਂ ਤਾਂ ਆਪਣੀ ਗਲਤੀ ਪ੍ਰਵਾਨ ਕਰਨੀ ਪਵੇਗੀ, ਮੰਨ ਕੇ ਮੈਂ ਉਸ ਗਲਤੀ ਨੂੰ ਸੁਧਾਰ ਲਵਾਂ। ਜੇ ਮੈਂ ਇਸ ਤਰ੍ਹਾਂ ਕਰਨਾ ਤਾਂ ਬਹੁਤ ਵਧੀਆ ਗੱਲ ਹੋਏਗੀ, ਤੇ ਜੇ ਮੇਰੇ ਵਿੱਚ ਇਹ ਬਿਰਤੀ ਨਹੀਂ, ਫਿਰ ਮੈਂ ਉਹਦੇ ਨਾਲ ਲੜਨ ਵਾਸਤੇ ਬਹਿ ਜਾਣਾ, ਪਿਆ ਇੱਥੇ ਮੈਦਾਨੀ ਜੰਗ ਬਣਾ ਲੈਂਦੇ ਆ, ਪ੍ਰੋਬਲਮ ਕ੍ਰੀਏਟ ਹੋ ਗਈ ਨਾ। ਇਸ ਲਈ ਯੂਨੀਵਰਸਲ ਟਰੁੱਥ ਦੇ ਉੱਤੇ ਤੁਹਾਡਾ ਜਿਹੜਾ ਹੈ ਇਹ ਚੀਜ਼ ਜਦੋਂ ਪਰਖੀ ਜਾਏਗੀ, ਫਿਰ ਤੁਹਾਡਾ ਕੀ ਹਾਲ ਹੋਏਗਾ ਕਿ ਸੱਚਾਈ ਕੀ ਹੈ। ਇਸ ਲਈ ਅਸੀਂ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਣੀ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਹੀ ਧਰਮ ਹੈ। ਅਗਲਾ ਬਚਨ ਕਰਦੇ ਨੇ, ਕਬੀਰ ਖੂਬ ਖਾਣਾ ਖੀਚੜੀ, ਜਾਮਹਿ ਅੰਮ੍ਰਿਤ ਲੋਨ। ਖੂਬ ਖਾਣਾ ਦਾ ਮਤਲਬ ਚੰਗੀ ਖੁਰਾਕ, ਲੋਨ ਦਾ ਮਤਲਬ ਲੂਣ। ਭਾਈ ਸਾਹਿਬ ਸਿੰਘ ਜੀ ਇਸ ਤੇ ਅਰਥ ਕਰ ਰਹੇ ਨੇ ਕਿ ਮੁੱਲਾਂ ਨੂੰ ਬੇਸ਼ੱਕ ਆਖ ਕੇ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ ਖਿਚੜੀ ਖਾ ਲੈਣਾ ਚੰਗਾ ਹੈ, ਜਿਸ ਵਿੱਚ ਸਵਾਦਲਾ ਲੂਣ ਹੈ। ਹੁਣ ਗੱਲ ਇੱਥੇ ਮਾਸ ਖਾਣ ਨਾ ਖਾਣ ਦੀ ਨਹੀਂ ਹੈ, ਗੱਲ ਇੱਥੇ ਉਸ ਚਲਾਕੀ ਦੀ ਹੈ ਕਿ ਰੱਬ ਦੇ ਨਾਮ ਤੇ ਮਾਰ ਕੇ ਆਪ ਖਾਣਾ, ਉਹਨੂੰ ਧਰਮ ਦੇ ਨਾਲ ਜੋੜਨਾ, ਉਹਨੂੰ ਧਰਮ ਸਮਝਣਾ। ਗੱਲ ਉਸ ਚੀਜ਼ ਦੀ ਹੈ। ਗੱਲ ਇੱਥੇ ਇਹ ਹੈ ਕਿ ਕਿਰਤ ਕਰਕੇ ਜੇ ਸਾਦਾ ਭੋਜਨ ਵੀ ਮਿਲ ਜਾਏ, ਉਹ ਵੀ ਚੰਗਾ ਹੈ। ਉਹਦੇ ਵਿੱਚ ਅੰਮ੍ਰਿਤ ਵਰਗਾ ਲੂਣ ਹੈ, ਅੰਮ੍ਰਿਤ ਵਰਗਾ ਸਵਾਦ ਆਏਗਾ, ਕਿਉਂਕਿ ਉਹ ਤੁਹਾਡੀ 10 ਨਵਾਂ ਦੀ ਕਿਰਤ ਹੈ। ਉਹਦੇ ਵਿੱਚ ਕੋਈ ਹੇਰਾ ਫੇਰੀ ਨਹੀਂ। ਜੇ ਹੇਰਾ ਫੇਰੀ ਕਰਕੇ 2 ਨੰਬਰ ਦੇ ਧੰਦੇ ਕਰਕੇ ਕਮਾਈ ਹੋਏ 2 ਨੰਬਰ ਦੀ, ਤੇ ਉਹਦੇ ਚੋਂ 2-4 ਬੱਕਰੇ ਲਿਆ ਕੇ ਤੇ ਖੁਦਾ ਦੇ ਨਾਂ ਤੇ ਜ਼ਿਬਾ ਕਰਕੇ ਬੰਦਾ ਕਵੇ ਕਿ ਰੱਬ ਖੁਸ਼ ਹੋ ਜਾਏਗਾ, ਤਾਂ ਰੱਬ ਖੁਸ਼ ਥੋੜਾ ਹੋਏਗਾ। ਇਹ ਰੱਬ ਨੂੰ ਖੁਸ਼ ਕਰਨ ਦਾ ਢੰਗ ਥੋੜੀ ਹੈ। ਤਾਂ ਗੱਲ ਇੱਥੇ ਮੀਟ ਖਾਣ ਨਾ ਖਾਣ ਦੀ, ਖਿਚੜੀ ਖਾਣ ਦੀ ਨਹੀਂ ਹੈ। ਗੱਲ ਇੱਥੇ ਜੋ ਅੰਤਰੀਵ ਭਾਵ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਜਿਹੜਾ ਸਾਦਾ ਭੋਜਨ ਹੈ, 10 ਨਵਾਂ ਦੀ ਕਿਰਤ ਕਮਾਈ ਕਰਕੇ ਸੱਚ ਨੂੰ ਬੇਸ ਬਣਾ ਕੇ ਉਹ ਖਾਣਾ ਯੋਗ ਹੈ। ਹੇਰਾ ਰੋਟੀ ਕਾਰਨ ਨੇ ਗਲਾ ਕਟਾਵੇ ਕੌਣ। ਹੇਰਾ ਰੋਟੀ ਦਾ ਮਤਲਬ ਜਿਹੜੀ ਚਸਕਿਆਂ ਵਾਲੀ ਰੋਟੀ ਹੈ। ਵੈਸੇ ਹੀਰਾ ਦਾ ਮਤਲਬ ਮਾਸ ਅਰਥ ਕੀਤਾ ਹੈ ਸ਼ਬਦਾਰਥ ਵਾਲਿਆਂ ਨੇ ਵੀ, ਔਰ ਭਾਈ ਸਾਹਿਬ ਸਿੰਘ ਜੀ ਨੇ, ਔਰ ਭਾਈ ਹਰਬੰਸ ਸਿੰਘ ਜੀ ਨੇ ਵੀ, ਤੇ ਹੋਰ ਵੀ ਲੋਕ ਹੀਰਾ ਦਾ ਅਰਥ ਮਾਸ ਕਰਦੇ ਨੇ। ਹੁਣ ਇੱਥੇ ਮਾਸ, ਇੱਥੇ ਹੀਰਾ ਰੋਟੀ ਦਾ ਮਤਲਬ ਹੈ ਕਿ ਚਸਕਿਆਂ ਵਾਲੇ ਜਿਹੜੇ ਪਦਾਰਥ ਨੇ। ਗਲਾ ਕਟਾਵੇ ਕੌਣ, ਆਪਣਾ ਗਲ ਕੌਣ ਵਡਾਉਂਦਾ ਫਿਰੇ। ਆਪਣਾ ਗਲ ਕਟਾਉਣ ਦਾ ਮਤਲਬ ਕਿ ਕੌਣ ਆਤਮਕ ਮੌਤੇ ਮਰੇ। ਹੁਣ ਜਿਹੜੀ ਸੱਚੀ ਕਿਰਤ ਹੈ, ਸੱਚ ਦੀ 10 ਨਵਾਂ ਦੀ ਕਿਰਤ, ਉਹ 10 ਨਵਾਂ ਦੀ ਕਿਰਤ ਕਮਾਈ ਕਰਕੇ ਅਸੀਂ ਸਿੰਪਲ ਰੋਟੀ, ਕੱਪੜੇ, ਮਕਾਨ ਜਿਹੜਾ ਹੈ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਰਹੇਗੀ। ਸਾਡੇ ਜੀਵਨ ਵਿੱਚ ਕੋਈ ਪਛਤਾਵਾ ਨਹੀਂ ਹੋਏਗਾ, ਵੈਰ ਵਿਰੋਧ ਆਦਿਕ ਨਹੀਂ ਹੋਣਗੇ। ਤੇ ਜੇ ਹੁਣ ਚਸਕੇ ਪੂਰੇ ਕਰਨੇ ਹੋਣ ਤੇ ਉਹ 10 ਨਵਾਂ ਦੀ ਕਿਰਤ ਦੇ ਨਾਲ ਤਾਂ ਨਹੀਂ ਹੋਣਗੇ। ਕਈ ਵਾਰ ਨਹੀਂ ਹੁੰਦੇ ਨਾ, ਕਿਸੇ ਕੋਲ ਪ੍ਰੋਪਰਟੀ ਘੱਟ ਹੈ, ਨਹੀਂ ਹੁੰਦੇ, ਤਾਂ ਫਿਰ ਬੰਦਾ 2 ਨੰਬਰ ਦੇ ਧੰਦੇ ਕਰਦਾ ਹੈ, ਡੁਪਲੀਕੇਟ ਸਮਾਨ ਵੇਚਦਾ ਹੈ, ਰਿਸ਼ਵਤ ਲੈਂਦਾ ਹੈ, ਬੇਗਾਨੀਆਂ ਪ੍ਰੋਪਰਟੀਆਂ ਦਬਾਉਂਦਾ ਹੈ, ਜਾਂ ਹੋਰ ਕਿਸੇ ਕਿਸਮ ਦਾ ਧੱਕਾ ਕਰਦਾ ਹੈ। ਇਹਨੂੰ ਕਹਿੰਦੇ ਨੇ ਗਲਾ ਕਟਾਵੇ ਕੌਣ ਦਾ ਮਤਲਬ ਵੀ ਕੌਣ ਆਤਮਕ ਮੌਤੇ ਮਰਦਾ ਫਿਰੇ ਸਵਾਦ ਲੈ ਚਸਕਿਆਂ ਵਾਸਤੇ। ਇਹ ਥੋੜੀ ਜਿਹੀ ਚੀਜ਼ ਹੋਰ ਸਮਝ ਲੈਣਾ। ਵੈਸੇ ਅਸੀਂ ਕਈ ਵਾਰ ਵਿਚਾਰਾਂ ਪਹਿਲਾਂ ਕਰ ਚੁੱਕੇ ਹਾਂ। ਦੇਖੋ, ਰੋਟੀ, ਕੱਪੜਾ ਔਰ ਮਕਾਨ ਇਹ ਸਾਡੀਆਂ ਲੋੜਾਂ ਨੇ, ਇਹ ਚਸਕੇ ਨਹੀਂ ਹਨ। ਮਕਾਨ ਸਾਡਾ ਚਸਕਾ ਨਹੀਂ, ਕੱਪੜਾ ਚਸਕਾ ਨਹੀਂ, ਰੋਟੀ ਚਸਕਾ ਨਹੀਂ, ਲੋੜ ਹੈ। 2, 3, 4, 5 ਬੈਡਰੂਮਾਂ ਦਾ ਘਰ ਹਰ ਪਰਿਵਾਰ ਨੂੰ ਚਾਹੀਦਾ। ਪਰਿਵਾਰ ਦੇ ਹਿਸਾਬ ਨਾਲ ਕਿੰਨੇ ਜੀ ਨੇ, ਇੱਕ ਅੱਧਾ ਬੈਡਰੂਮ ਵੱਧ ਹੋਵੇ ਵੀ ਆਇਆ ਗਿਆ ਪ੍ਰਾਹੁਣਾ ਵੀ ਰਹਿ ਸਕੇ, ਇਹ ਸਾਡੀ ਲੋੜ ਹੈ। ਪਰ 26 ਮੰਜ਼ਿਲਾ ਕੋਠੀ ਬਣਾਉਣੀ, ਉੱਤੇ ਹੈਲੀਪੈਡ ਬਣਾਉਣਾ, ਇਹ ਸਾਡੀ ਲੋੜ ਨਹੀਂ ਹੈ, ਤੇ ਚਸਕਾ ਹੀ ਹੈ ਨਾ।
ਤੇ ਮੇਰਾ ਕਦਾਚਿਤ ਭਾਅ ਨਹੀਂ ਕਿ ਮਤਲਬ ਮਹਿੰਗੇ ਮਕਾਨ ਨਾ ਬਣਾਏ ਜਾਣ, 10 ਨਵਾਂ ਦੀ ਕਿਰਤ ਨਾਲ ਬਣਦੇ ਨੇ ਤੇ ਕੋਈ ਬਣਾਏ, ਪਰ ਉਹਦੇ ਵਾਸਤੇ ਗਲਾ ਕਟਾਵੇ ਕੌਣ? ਆਤਮਿਕ ਮੌਤੇ ਮਰ ਕੇ ਇਹੋ ਜਿਹੀ ਪ੍ਰਾਪਰਟੀ ਇਕੱਠੀ ਨਾ ਕਰੇ। ਕੱਪੜੇ ਜਿਹੜੇ ਨੇ ਸਾਡੀ ਲੋੜ ਹੈ, ਹੁਣ ਮੈਂ ਕਮੀਜ਼ ਪਜਾਮਾ ਪਾਇਆ ਹੈ ਤਾਂ ਮੇਰੀ ਜ਼ਰੂਰਤ ਹੈ, ਇਹ ਜੈਕਟ ਪਾਈਏ ਛੋਟੀ ਜੀ ਲੋੜ ਹੈ ਸਰਦੀ ਤੋਂ ਬਚਣ ਲਈ, ਇਹ ਚਸਕਾ ਨਹੀਂ ਹੈ। ਪਰ 1.5 ਕਰੋੜ ਦਾ ਸੂਟ ਪਾਣਾ ਇਹ ਲੋੜ ਥੋੜਾ, ਤੇ ਚਸਕਾ ਹੀ ਹੈ ਨਾ। ਇਸੇ ਰੋਟੀ ਹੈ, ਦਾਲ ਹੈ, ਸਬਜ਼ੀ ਹੈ, ਮੌਸਮੀ ਸਬਜ਼ੀਆਂ, ਮੌਸਮੀ ਫਲ, ਦੁੱਧ, ਦਹੀਂ, ਘਿਓ, ਮੱਖਣ ਆਦਿ, ਇਹ ਆਮ ਬੰਦੇ ਦੀ ਜ਼ਰੂਰਤ ਹੈ ਨਾ। ਫਰੂਟ, ਮੌਸਮੀ ਫਲ, ਮੌਸਮੀ ਸਬਜ਼ੀਆਂ ਆਮ ਬੰਦੇ ਦੀ ਲੋੜ ਹੈ। ਪਰ ਉਹਨਾਂ ਹੋਟਲਾਂ ਵਿੱਚ ਜਾਣਾ ਜਿੱਥੇ 16 ਲੱਖ ਰੁਪਈਆ ਇੱਕ ਰਾਤ ਦਾ ਕਿਰਾਇਆ, ਉਹ ਤਾਂ ਚਸਕਾ ਹੀ ਹੈ ਨਾ। ਤੇ ਉਹਦੇ ਵਾਸਤੇ ਫਿਰ 2 ਨੰਬਰ ਦੇ ਧੰਦੇ ਕਰਨੇ ਪੈਣਗੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਖੂਬ ਖਾਣਾ ਖੀਚੜੀ ਜਾਮੇ ਅੰਮ੍ਰਿਤ ਲੋਨ, ਯਾਨੀ ਅੰਮ੍ਰਿਤ ਵਰਗਾ ਨਮਕੀਨ ਭੋਜਨ ਸਾਦਾ ਜਿਹੜਾ ਹੈ ਉਹ ਖਾਣਾ ਬਹੁਤ ਚੰਗਾ ਹੈ, ਸਵਾਦਲਾ ਹੈ, ਭਲਾ ਹੈ, ਮੁਬਾਰਕ ਹੈ। ਤੇ ਜਿਹੜੇ ਚਸਕਿਆਂ ਵਾਲੇ ਪਦਾਰਥਾਂ ਵਾਸਤੇ ਆਤਮਿਕ ਮੌਤ ਮਰਨਾ ਹੈ, ਆਤਮਿਕ ਮੌਤੇ ਮਰ ਕੇ ਜਿਹੜੇ ਚਸਕੇ ਪਦਾਰਥ ਇਕੱਠੇ ਕਰਨੇ ਨੇ, ਉਹ ਬਿਲਕੁਲ ਵੀ ਠੀਕ ਨਹੀਂ ਹੈ, ਉਹ ਗਲਤ ਹੈ। ਕਬੀਰ ਗੁਰ ਲਾਗਾ ਤਬ ਜਾਨੀਏ, ਮਿਟੈ ਮੋਹ ਤਨ ਤਾਪ, ਹਰਕ ਸੋਗ ਦਾਝੈ ਨਹੀਂ, ਤਬ ਹਰ ਆਪੈ ਆਪ। ਭਾਈ ਸਾਹਿਬ ਸਿੰਘ ਜੀ ਇਸ ਤੇ ਅਰਥ ਕਰ ਰਹੇ ਨੇ, ਤਬ ਜਾਨੀਏ ਦਾ ਮਤਲਬ ਤਦੋਂ ਜਾਣੋ, ਤਦੋਂ ਸਮਝੋ। ਗੁਰ ਲਾਗਾ ਦਾ ਮਤਲਬ ਗੁਰੂ ਉਕਰਿਆ ਹੈ, ਯਾਨੀ ਮਿਲ ਪਿਆ ਹੈ, ਗੁਰੂ ਧਾਰਨ ਕਰ ਲਿਆ ਹੈ। ਤਨ ਤਾਪ ਦਾ ਮਤਲਬ ਸਰੀਰ ਦੇ ਕਲੇਸ਼, ਸਰੀਰ ਨੂੰ ਸਾੜਨ ਵਾਲੇ, ਦੁੱਖ ਦੇਣ ਵਾਲੇ ਦੁੱਖ। ਤਾਂ ਹੁਣ ਆਮ ਕਰਕੇ ਧਾਰਨਾ ਸੀ ਨਾ ਕਿ ਬ੍ਰਾਹਮਣ ਆਇਆ, ਬ੍ਰਾਹਮਣ ਨੇ ਜਨੇਊ ਆਪਣੇ ਜਜ਼ਮਾਨ ਦੇ ਗਲ ਵਿੱਚ ਪਾਇਆ ਤੇ ਕੰਨ ਦੇ ਵਿੱਚ ਗੁਰਮੰਤਰ ਦਿੱਤਾ, ਤੇ ਇਹ ਸਮਝ ਲਿਆ ਗਿਆ ਕਿ ਅੱਜ ਤੋਂ ਲੈ ਕੇ ਬ੍ਰਾਹਮਣ ਇਹਦਾ ਗੁਰੂ ਹੋ ਗਿਆ। ਸਿੱਖਾਂ ਕੰਨ ਚੜਾਈਆ, ਗੁਰ ਬ੍ਰਾਹਮਣ ਥੀਆ, ਬ੍ਰਾਹਮਣ ਗੁਰੂ ਹੋ ਗਿਆ। ਤੇ ਅੱਜ ਵੀ ਤੁਸੀਂ ਦੇਖਦੇ ਹੋ ਬਹੁਤ ਸਾਰੇ ਦੇਹਧਾਰੀ ਗੁਰੂਆਂ ਦੇ ਵੱਡੇ ਵੱਡੇ ਡੇਰੇ ਜਿਹੜੇ ਮੰਤਰ ਦਿੰਦੇ ਨੇ ਤੇ ਕਹਿੰਦੇ ਨੇ ਬਾਹਰ ਨਹੀਂ ਦੱਸਣਾ ਇਹ ਗੁਰਮੰਤਰ, ਕਿਉਂਕਿ ਜੇ ਬਾਹਰ ਦੱਸੋਗੇ ਤੇ ਰੱਬ ਦੇ ਨਾਮ ਦੀ ਸ਼ਕਤੀ ਘਟ ਜਾਏਗੀ। ਬੰਦਾ ਪੁੱਛੇ ਵੀ ਰੱਬ ਦਾ ਨਾਮ ਨਾ ਹੋ ਗਿਆ, ਬੈਟਰੀ ਦਾ ਸੈੱਲ ਹੋ ਗਿਆ, ਵੀ ਬਾਰ-ਬਾਰ ਜਗਾਓਗੇ ਤਾਕਤ ਘਟ ਜਾਏਗੀ। ਜੇ ਰੱਬ ਦਾ ਨਾਮ ਦੱਸਣ ਦੇ ਨਾਲ ਉਹਦੀ ਸ਼ਕਤੀ ਹੀ ਘਟ ਜਾਣੀ ਹੈ, ਤੇ ਨਾਮ ਹੀ ਕਾਹਦਾ ਹੋਇਆ? ਇਹਦਾ ਮਤਲਬ ਪਖੰਡ ਹੈ ਨਾ ਕਿਤੇ। ਕੰਨੂ ਮੁੰਨੂ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ, ਔਰ ਐਸਾ ਹੀ ਹੋ ਰਿਹਾ ਨਾ। ਅੱਜ ਤੋਂ 20 ਸਾਲ ਪਹਿਲਾਂ 72,65,000 ਸੰਤਾਂ ਮਹਾਂਪੁਰਸ਼ਾਂ ਦੀ ਗਿਣਤੀ ਹੈ ਇੰਡੀਆ ਦੇ ਅੰਦਰ, ਜਿਹੜੇ ਸਾਰੇ ਨਾਮਦਾਨ ਦੇ ਰਹੇ ਨੇ। ਤੇ ਇੰਡੀਆ ਤਾਂ ਦੁਨੀਆ ਦਾ ਸਭ ਤੋਂ ਇਮਾਨਦਾਰ ਦੇਸ਼ ਚਾਹੀਦਾ, ਤੇ ਉੱਥੇ ਤੇ ਸਾਡੀਆਂ ਸਰਕਾਰਾਂ ਦੇ ਵਿੱਚ ਵੀ ਇਮਾਨਦਾਰੀ ਨਹੀਂ, ਵੀ ਕਿਸਾਨਾਂ ਦੇ ਹੱਕ ਹੀ ਦੇ ਦੇਣ, ਕਿ ਕੈਸਾ ਕੁਝ ਹੋ ਰਿਹਾ ਨਾ। ਚਾਰ ਚੁਫੇਰੇ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ। ਤਾਂ ਗੁਰ ਲਾਗਾ ਤਬ ਜਾਨੀਏ, ਗੁਰੂ ਦੇ ਨਾਲ ਜੁੜਿਆ ਹੋਇਆ ਤਾਂ ਸਮਝੋ ਕਿ ਗੁਰੂ ਮਿਲ ਪਿਆ ਹੈ। ਮਿਟੈ ਮੋਹ ਤਨ ਤਾਪ, ਜ਼ਿੰਦਗੀ ਦੇ ਅੰਦਰੋਂ ਮੋਹ ਮਿਟ ਜਾਏ। ਤੇ ਤਨ ਤਾਪ ਦਾ ਮਤਲਬ ਤਨ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ, ਕਾਮ ਕ੍ਰੋਧ ਲੋਭ ਆਦਿਕ। ਗੁਰੂ ਦੇ ਨਾਲ ਜੁੜੇ ਹੋਏ ਤਾਂ ਸਮਝੋ। ਹੁਣ ਦੇਖੋ, ਸਾਨੂੰ ਆਪਣਾ ਜੀਵਨ ਪਰਖਣ ਵਾਸਤੇ ਕਿੰਨੀ ਮਹਾਨ ਦਾਤ ਮਿਲ ਰਹੀ ਹੈ ਨਾ, ਕਿ ਅਸੀਂ ਗੁਰੂ ਵਾਲੇ ਆ। ਅਸੀਂ ਆਮ ਲਫ਼ਜ਼ ਵਰਤਦੇ ਹਾਂ, ਮੈਂ ਗੁਰੂ ਵਾਲਾ ਹਾਂ, ਮੇਰਾ ਗੁਰੂ ਤੇ ਵਿਸ਼ਵਾਸ ਹੈ, ਮੈਂ ਤਾਂ ਰੱਬ ਤੋਂ ਬਿਨਾਂ, ਗੁਰਦੁਆਰੇ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਹੀ ਨਹੀਂ, ਸਾਡਾ ਤੇ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਹੈ, ਜਾਂ ਕੁਛ ਵੀ ਅਸੀਂ ਕਹਿੰਦੇ ਆ ਨਾ। ਤਾਂ ਹੁਣ ਅਸਾਂ ਇਹ ਤੋਂ ਪਰਖਣਾ ਹੈ ਕਿ ਕੀ ਅਸੀਂ ਗੁਰੂ ਦੇ ਨਾਲ ਵਾਸਤਵ ਦੇ ਵਿੱਚ ਜੁੜ ਗਏ ਹਾਂ ਕਿ ਨਹੀਂ। ਗੁਰੂ ਦੇ ਨਾਲ ਜੁੜਨ ਦੀਆਂ, ਗੁਰੂ ਦੇ ਦੱਸੇ ਰਾਹ ਤੇ ਤੁਰਨ ਦੀਆਂ ਨਿਸ਼ਾਨੀਆਂ ਕੀ ਨੇ? ਤਾਂ ਜ਼ਿੰਦਗੀ ਦੇ ਅੰਦਰੋਂ ਮਿਟੇ ਮੋਹ ਮਿਟ ਜਾਏ, ਸੈਲਫਿਸ਼ਨੈਸ ਖਤਮ ਹੋ ਜਾਏ, ਸਵਾਰਥ ਮੁੱਕ ਜਾਏ। ਤੇ ਸਾਡਾ ਤੇ ਸਵਾਰਥ ਵੀ ਗੁਰੂ ਦੇ ਅੱਗੇ ਸਾਹਮਣੇ ਸਾਫ਼ ਦਿਸ ਰਿਹਾ ਹੁੰਦਾ ਹੈ। ਬਾਬਾ ਲੱਖ ਰੁਪਏ ਦੀ ਲਾਟਰੀ ਕੱਢ, ਫਿਰ ਸਵਾ ਦੇ ਪਤਾਸੇ ਚੜਾਂਗਾ। ਯਾਨੀ ਪਹਿਲੋਂ ਕੱਢ ਲਾਟਰੀ ਲੱਖ ਦੀ, ਸਵਾ ਦੇ ਪਤਾਸੇ ਬਾਅਦ ਚ, ਮਤੇ ਬਾਬਾ ਪਤਾਸੇ ਖਾ ਕੇ ਮੁੱਕਰ ਜਾਏ ਤੇ ਮੇਰਾ ਤੇ ਸਵਾ ਗਿਆ। ਤੇ ਕਿੰਨਾ ਕੁ ਵਿਸ਼ਵਾਸ ਹੈ। ਮੋਹ, ਤਨ ਤਾਪ, ਜਿਹੜੇ ਤਨ ਨੂੰ ਸਤਾਰੇ ਨੇ। ਦੇਖੋ, ਅੱਖਾਂ ਪਰ ਇਸਤਰੀ ਪਰ ਤ੍ਰਿ ਪਰ ਤਨ ਰੂਪ ਨੂੰ ਤੱਕ ਰਹੀਆਂ ਨੇ, ਕੰਨ
ਨਿੰਦਿਆ ਔਰ ਬਦਖੋਈ ਸੁਣ ਰਹੇ ਨੇ। ਜ਼ਬਾਨ ਨਾਲ ਅਸੀਂ ਕਠੋਰ ਝੂਠੇ ਬੋਲ ਬੋਲਦੇ ਹਾਂ, ਬਦਖੋਈ ਕਰਦੇ ਹਾਂ। ਹੱਥਾਂ ਨਾਲ ਨਸ਼ਿਆਂ ਦੀ ਵਰਤੋਂ ਕਰਦੇ ਹਾਂ ਜਾਂ ਹੱਥਾਂ ਦੇ ਨਾਲ ਬੇਗਾਨਾ ਹੱਕ ਖਾਂਦੇ ਹਾਂ। ਪੈਰਾਂ ਨਾਲ ਚੁੱਲ ਕੇ ਸਾਧ ਬਾਬਿਆਂ ਦੇ ਡੇਰਿਆਂ ਵੱਲ, ਮੜੀਆਂ ਕਬਰਾਂ ਵੱਲ ਜਾਂ ਮਾੜੇ ਪਾਸੇ ਜਾਂਦੇ ਹਾਂ। ਮਨ ਕਰਕੇ ਮਾੜਾ ਸੋਚਦੇ ਹਾਂ। ਇਹੀ ਵਿਕਾਰ ਨੇ ਜਿਹੜੇ ਤਨ ਨੂੰ ਤਾਣ ਵਾਲੇ ਨੇ। ਤੇ ਜੇ ਇਹ ਸਾਰੇ ਸਾਡੇ ਵਿੱਚ ਨੇ, ਫਿਰ ਅਸੀਂ ਗੁਰੂ ਨਾਲ ਜੁੜੇ ਹੋਏ ਕਾਹਦੇ ਹੋਏ? 6 ਗੱਲਾਂ ਆਪਾਂ ਵਿਚਾਰੀਆਂ ਸਨ। ਜਿਹੜਾ ਉਹਨਾਂ 6 ਬਚਨਾਂ ਤੇ ਅਮਲ ਕਰ ਰਿਹਾ ਹੈ, ਸਮਝ ਲਓ ਉਹ ਗੁਰੂ ਦੇ ਨਾਲ ਜੁੜ ਗਿਆ ਹੈ। ਇਹ ਨਿਸ਼ਾਨੀ ਹੈ। ਯਾਨੀ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਣਾ ਹੈ, ਨਾ ਕਿ ਬਾਹਰੀ ਤੌਰ ਤੇ ਮੱਥੇ ਟੇਕ ਲੈ ਔਰ ਵਿਖਾਵੇ ਦੀ ਪਾਠ ਪੂਜਾ ਕਰ ਲੈ। ਮਿਟੈ ਮੋਹ ਤਨਤਾਪ, ਹਰਖ ਸੋਗ ਦਾਝੈ ਨਹੀਂ, ਤਬ ਹਰ ਆਪੈ ਆਪ। ਜਦੋਂ ਹਰਖ ਔਰ ਸੋਗ, ਖੁਸ਼ੀ ਔਰ ਚਿੰਤਾ ਕਿਸੇ ਚੀਜ਼ ਨੂੰ ਨਾ ਸਾੜੇ, ਚਿੱਤ ਨੂੰ ਨਾ ਸਾੜੇ, ਨਾ ਸਾੜੇ ਦਾ ਮਤਲਬ ਵਿਚਲਿਤ ਨਾ ਕਰੇ, ਤਬ ਹਰ ਆਪੇ ਆਪ ਅਜਿਹੀ ਹਾਲਤ ਵਿੱਚ ਅਪੜਿਆ ਹਰ ਥਾਂ ਰੱਬ ਹੀ ਰੱਬ ਦਿਸਦਾ ਹੈ। ਹਰ ਇਨਸਾਨ ਦੇ ਵਿੱਚ ਰੱਬ ਦਿਸਦਾ ਹੈ। ਇਹ ਸਾਰਾ ਸੰਸਾਰ ਜਿਹੜਾ ਹੈ, ਇਹ ਰੱਬ ਦਾ ਹੀ ਰੂਪ ਨਜ਼ਰੀ ਪੈਂਦਾ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਨਹੀਂ ਆਇਆ। ਉਹਨੂੰ ਫਿਰ ਇਹ ਨਹੀਂ ਹੁੰਦਾ ਕਿ ਰੱਬ ਕਿਤੇ ਉਤਲੇ ਆਕਾਸ਼ ਮੰਡਲਾਂ ਵਿੱਚ ਬੈਠਾ ਹੈ, ਜੰਨਤ ਵਿੱਚ ਬੈਠਾ ਹੈ, ਸਵਰਗ ਵਿੱਚ ਬੈਠਾ ਹੈ, ਬੈਕੁੰਠ ਵਿੱਚ ਬੈਠਾ ਹੈ। ਜਿਵੇਂ ਅੱਜ ਕੱਲ ਸਿੱਖ ਵੀ ਕਹਿਣ ਲੱਗ ਗਏ ਕਿ ਉੱਤੇ ਸੱਚਖੰਡ ਵਿੱਚ ਰੱਬ ਬੈਠਾ ਹੈ। ਉਹ ਉਸ ਰੱਬ ਨੂੰ ਨਹੀਂ ਫਿਰ ਵੇਖਦਾ। ਉਹਨੂੰ ਫਿਰ ਸਾਰਾ ਸੰਸਾਰ ਰੱਬ ਹੀ ਦਿਸਦਾ ਹੈ। ਇੱਕੋ ਹੀ ਪਸਰਿਆ ਹੋਇਆ ਨਜ਼ਰ ਨਹੀਂ ਪੈਂਦਾ। ਉਹ ਇੱਕ ਓੰਕਾਰ ਨੂੰ ਸਮਝ ਲੈਂਦਾ ਹੈ। ਉਹ ਇੱਕ ਓੰਕਾਰ ਨੂੰ ਸਮਝ ਲੈਂਦਾ ਹੈ। ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ। ਕਦੋਂ? ਜਦੋਂ ਖੁਸ਼ੀ ਔਰ ਗਮੀ ਸਾਨੂੰ ਵਿਚਲਿਤ ਨਾ ਕਰੇ। ਹੁਣ ਇਹ ਚੀਜ਼ ਨਾ ਥੋੜੀ ਜਿਹੀ ਸਮਝਣ ਵਾਲੀ ਹੈ। ਜਦੋਂ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆਵੇ, ਉਦੋਂ ਵੀ ਅਸੀਂ ਸੱਚ ਦਾ ਰਾਹ ਕਈ ਵਾਰ ਛੱਡ ਦਿੰਦੇ ਹਾਂ। ਅਸੀਂ ਹੰਕਾਰੀ ਹੋ ਜਾਂਦੇ ਹਾਂ। ਤੇ ਜੇ ਜ਼ਿੰਦਗੀ ਵਿੱਚ ਥੋੜਾ ਜਿਹਾ ਦੁੱਖ ਆ ਜਾਏ, ਤਾਂ ਫਿਰ ਅਸੀਂ ਮੰਨ ਲਓ ਸਿਰ ਪੀੜੀ ਹੋ ਗਈ ਤੇ 5 ਪੈਸੇ ਦੀ ਪੈਰਾਸੀਟਾਮੋਲ ਦੀ ਗੋਲੀ ਨਹੀਂ ਖਾਂਦੇ, ਬਾਬੇ ਨੂੰ 51 ਪਾਉਂਡ ਦੇ ਕੇ ਜਲ ਲੈ ਆਉਂਦੇ ਆ, ਭਟਕ ਜਾਂਦੇ ਆ ਨਾ। ਤਾਂ ਜਦੋਂ ਖੁਸ਼ੀ ਗਮੀ ਤੋਂ ਬੰਦਾ ਉੱਤੇ ਹੋ ਜਾਏ, ਸੱਚ ਦੇ ਨਾਲ ਜੁੜ ਜਾਏ, ਖੁਸ਼ੀ ਔਰ ਗਮੀ ਦੇ ਵਿੱਚ ਸੱਚ ਨੂੰ ਨਾ ਛੱਡੇ, ਉਹਦਾ ਜੀਵਨ ਦਾ ਬੇਸ ਸੱਚ ਹੋਵੇ, ਫਿਰ ਚਾਰ ਚੁਫੇਰੇ ਰੱਬ ਹੀ ਰੱਬ ਹੈ। ਉਹ ਬੰਦਾ ਰੱਬ ਦੇ ਵਿੱਚ ਹੀ ਸਮਾਇਆ ਹੋਇਆ ਹੁੰਦਾ ਹੈ। ਉਹਨੂੰ ਹਰ ਇੱਕ ਦੇ ਅੰਦਰ ਪ੍ਰਭੂ ਹੀ ਦਿਸਦਾ ਹੈ ਔਰ ਉਹ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਦਾ ਹੈ। ਉਹਨੂੰ ਹਰ ਥਾਂ ਤੇ ਗੁਣ ਦਿਸਦੇ ਨੇ। ਕਬੀਰ ਰਾਮ ਕਹਿਨ ਮਹਿ ਭੇਦ ਹੈ, ਤਾਮਹਿ ਏਕ ਵਿਚਾਰ, ਸੋਈ ਰਾਮ ਸਭੈ ਕਹਿ, ਸੋਈ ਕੌਤਕ ਹਾਰ। ਇਹ ਜੋ ਸ਼ਬਦ ਹੈ ਨਾ, ਕਹਿ ਹੈ ਲਿਖਿਆ ਹੋਇਆ ਹੈ, ਕੱਕਾ ਹਾਹਾ ਹਾਹੇ ਨਾਲ ਸਿਹਾਰੀ। ਬਹੁਤੇ ਵੀਰ ਨੂੰ ਪੜ੍ਹਦੇ ਨੇ ਕਹਿ ਹੈ ਤੇ ਕੁਝ ਪੜ੍ਹਦੇ ਨੇ ਕਹਿ ਹੈ। ਇਹਨੂੰ ਕਹਿ ਪੜ੍ਹਨਾ ਹੈ। ਯਾਨੀ ਪਿਛਲਾ ਹਾਹਾ ਔਰ ਪਿਛਲੇ ਹਾਹੇ ਦੀ ਸਿਹਾਰੀ ਜਿਹੜੀ ਹੈ ਨਾ, ਪਹਿਲੇ ਹਾਹੇ ਦੇ ਉੱਤੇ ਦੁਲਾਈਆਂ ਕਰਕੇ ਬੁੱਲੇਗੀ, ਬਿੰਦੀ ਕਰਕੇ ਕਹਿ। ਕਹਿਣ ਦਾ ਮਤਲਬ ਕਹਿੰਦੇ ਨੇ। ਇਹ ਪਲੂਰਲ ਸ਼ਬਦ ਹੈ, ਬਹੁਵਚਨੀ ਸ਼ਬਦ। ਕਬੀਰ ਰਾਮ ਕਹਿਣ ਮੈਂ ਭੇਦ ਹੈ। ਹੁਣ ਬ੍ਰਾਹਮਣ ਜਿਹੜਾ ਹੈ ਨਾ, ਜਨੇਊ ਦੇ ਕੇ ਰਾਮ ਦੀ ਪੂਜਾ ਪਾਠ ਦਾ ਉਪਦੇਸ਼ ਵੀ ਕਰਦਾ ਹੈ। ਪਰ ਕਬੀਰ ਜੀ ਕਹਿੰਦੇ ਨੇ ਰਾਮ ਰਾਮ ਆਖਣ ਵਿੱਚ ਵੀ ਫਰਕ ਪੈ ਜਾਂਦਾ ਹੈ। ਰਾਮ ਕਹਿਣ ਮੈਂ ਭੇਦ ਹੈ, ਇੱਕ ਵਿਚਾਰ ਵਾਲੀ ਗੱਲ ਹੈ। ਭੇਦ ਦਾ ਮਤਲਬ ਫਰਕ ਪੈ ਜਾਂਦਾ ਹੈ। ਤਾਂ ਮੈਂ ਇੱਕ ਵਿਚਾਰ ਦਾ ਮਤਲਬ ਇੱਕ ਖਾਸ ਸਮਝਣ ਵਾਲੀ ਗੱਲ, ਇੱਕ ਖਾਸ ਨੁਕਤਾ, ਇੱਕ ਖਾਸ ਸੱਚਾਈ। ਰਾਮ ਆਖਣ ਵਿੱਚ ਵੀ ਫਰਕ ਹੈ ਤੇ ਉਹਦੇ ਅੰਦਰ ਇੱਕ ਸਮਝਣ ਵਾਲੀ ਗੱਲ, ਇੱਕ ਅਟਲ ਸੱਚਾਈ, ਯੂਨੀਵਰਸਲ ਟਰੁਥ ਹੈ। ਰਾਮ ਕਹਿਣ ਵਾਲੇ ਦੋ ਤਰ੍ਹਾਂ ਦੇ ਲੋਕ ਨੇ। ਸੋਈ ਰਾਮ ਸਭੈ ਕਹਿ, ਸੋਈ ਕੌਤਕ ਹਾਰ। ਹੁਣ ਸੋਈ ਰਾਮ ਸਭੈ ਕਹਿ, ਸਭੈ ਦਾ ਮਤਲਬ ਸਾਰੇ ਜੀਵ, ਸੋਈ ਦਾ ਮਤਲਬ ਉਸ ਰਾਮ ਨੂੰ, ਇੱਥੇ ਰਾਮ ਦਾ ਮਤਲਬ ਹੈ ਰਮਿਆ ਹੋਇਆ। ਤੇ ਸੋਈ ਕੌਤਕ ਹਾਰ, ਕੌਤਕ ਹਾਰ ਦਾ ਮਤਲਬ ਰਾਸ ਲੀਲਾ ਕਰਨ ਵਾਲੇ, ਜੋ ਰਾਮ ਲੀਲਾ ਕਰਦੇ ਨੇ, ਕ੍ਰਿਸ਼ਨ ਲੀਲਾ ਕਰਦੇ ਨੇ। ਕੌਤਕ ਹਾਰ, ਰਾਸ ਧਾਰੀਏ। ਕਬੀਰ ਜੀ ਕਹਿੰਦੇ ਨੇ ਇੱਕ ਤਾਂ ਰਾਮ ਉਹ ਹੈ ਜੋ ਹਰ ਇੱਕ ਦੇ ਅੰਦਰ ਵਸ ਰਿਹਾ ਹੈ, ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ। ਅਸਾਰਾ ਦਿਸਦਾ ਜਗਤ ਜਿਸ ਦਾ ਰੂਪ ਹੈ, ਇੱਕ ਤਾਂ ਰਾਮ ਹੈ ਉਹ। ਤੇ ਦੂਜਾ ਹੈ ਸੋਈ ਕੌਤਕ ਹਾਰ। ਇੱਕ ਤਾਂ ਉਸ ਰੱਬ ਦੀ ਗੱਲ ਕਰਦੇ ਨੇ ਜੋ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ।
ਤੇ ਦੂਜੇ ਜਿਹੜੇ ਕੌਤਕਹਾਰ ਨੇ, ਰਾਸ ਲੀਲਾ ਕਰਨ ਵਾਲੇ ਨੇ, ਜਿਹੜੇ ਰਾਮ ਦੀ ਉਹ ਗੱਲ ਕਰਦੇ ਨੇ, ਉਹ ਦਸ਼ਰਥ ਦਾ ਪੁੱਤਰ ਹੈ। ਤਾਂ ਅਸੀਂ ਉਹ ਜੋ ਦਸ਼ਰਥ ਦਾ ਪੁੱਤਰ ਸ਼ਰੀਰ ਧਾਰੀਏ ਉਹਦੇ ਪੁਜਾਰੀ ਨਹੀਂ ਆ। ਯਾਨੀ ਕਿਸੇ ਇੱਕ ਸ਼ਰੀਰ ਦੇ ਅੰਦਰ ਰੱਬ ਨਹੀਂ ਹੋ ਸਕਦਾ। ਜਿਹੜਾ ਸ਼ਰੀਰ ਕਰਕੇ ਜਨਮਿਆ ਹੈ, ਉਹ ਸ਼ਰੀਰ ਕਰਕੇ ਉਹਦੀ ਮੌਤ ਵੀ ਹੋਏਗੀ। ਜੋ ਉਪਜਿਓ ਸੋ ਬਿਨਸ ਹੈ। ਤੇ ਜਿਹੜਾ ਮਰ ਗਿਆ ਉਹ ਰੱਬ ਨਹੀਂ ਨਾ। ਜਿਹਨੂੰ ਅਸੀਂ ਰੱਬ ਕਹਿੰਦੇ ਆ, ਇੱਕ ਓੰਕਾਰ, ਤਾਂ ਉਹ ਸदैव ਹੈ, ਜਨਮ ਮਰਨ ਤੋਂ ਰਹਿਤ ਹੈ, ਸਦਾ ਹੈ, ਅਬਿਨਾਸ਼ੀ ਹੈ। ਸਾਰਾ ਦਿਸਦਾ ਜਗਤ ਇਹ ਉਸੇ ਦਾ ਹੀ ਰੂਪ ਹੈ। ਗੁਰਦੇਵ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਤੇ ਵੀ ਬਚਨ ਕੀਤਾ ਹੈ, ਸਗਲੀ ਥੀਤ ਪਾਸ਼ਦਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਇਹ ਸਾਰੀਆਂ ਥਿੱਤਾਂ ਨੂੰ ਤੁਸੀਂ ਪਾਸੇ ਪਾ ਦਿੰਦੇ ਹੋ ਤੇ ਭਾਦਰੋਵਤ ਦੀ ਅਸ਼ਟਮੀ ਨੂੰ ਤੁਸੀਂ ਕਹਿੰਦੇ ਹੋ ਕਿ ਰੱਬ ਜੰਮਿਆ ਸੀ, ਕ੍ਰਿਸ਼ਨ ਭਗਵਾਨ। ਭਰਮ ਭੂਲੇ ਨਰ ਕਰਤ ਕਚਰਾਇਣ। ਕਬੀਰ ਜੀ ਕਹਿੰਦੇ ਨੇ ਵੀ ਇੱਥੇ ਭਰਮ ਦੇ ਅੰਦਰ ਭੁੱਲੇ ਹੋਏ ਜਿਹੜੇ ਲੋਕ ਨੇ, ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਨਮ ਮਰਨ ਤੇ ਰਹਿਤ ਨਰਾਇਣ, ਕਰ ਪੰਜੀਰ ਖਵਾਇਓ ਚੋਰ। ਉਹ ਜਨਮ ਨਾ ਮਰੇ ਰੇ ਸਾਕਤ ਢੋਰ। ਕਿ ਤੂੰ ਚੋਰੀ ਪੰਜੀਰੀਆਂ ਬਣਾ ਬਣਾ ਕੇ ਭੋਗ ਲਵਾਉਣਾ ਠਾਕਰ ਨੂੰ, ਵੀ ਮੈਂ ਰੱਬ ਨੂੰ ਪੰਜੀਰੀਆਂ ਖਵਾ ਰਿਹਾ, ਭੋਗ ਲਵਾ ਰਿਹਾ, ਜਿਵੇਂ ਅਸੀਂ ਵੀ ਲਵਾਉਂਦੇ ਹਾਂ ਪਕੌੜਿਆਂ ਨੂੰ ਭੋਗ ਲਵਾਤਾ। ਪਰ ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ, ਉਦੋਂ ਥੋੜਾ ਜਿਹਾ ਸਾਨੂੰ ਦੁੱਖ ਹੁੰਦਾ ਹੈ, ਦੂਜੇ ਦੀ ਕਰੀਏ ਦੁੱਖ ਨਹੀਂ ਹੁੰਦਾ। ਪ੍ਰੋਬਲਮ ਹੈ ਨਾ। ਕਰ ਪੰਜੀਰ ਖਵਾਇਓ ਚੋਰ, ਚੋਰੀ ਚੋਰੀ ਤੂੰ ਪੰਜੀਰੀਆਂ ਖਵਾਨਾ ਹੈ। ਉਹ ਜਨਮ ਨਾ ਮਰਿਆ ਰੇ ਸਾਕਤ ਢੋਰ। ਸਾਕਤ ਦਾ ਮਤਲਬ ਰੱਬ ਨਾਲੋਂ ਟੁੱਟੇ ਹੋਏ, ਢੋਰ ਦਾ ਮਤਲਬ ਡੰਗਰ, ਉਹ ਪਸ਼ੂ ਬਿਰਤੀਆ, ਉਹ ਰੱਬ ਜੰਮਦਾ ਮਰਦਾ ਨਹੀਂ। ਸਗਲ ਪਰਾਧ ਦੇਹ ਲੋਰੋਣੀ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਤੇਰਾ ਉਹ ਮੂੰਹ ਹੀ ਸੜਦਾ ਹੈ ਜਿਹਦੇ ਨਾਲ ਤੂੰ ਕਹਿੰਦਾ ਕਿ ਠਾਕੁਰ ਜੋਨ ਵਿੱਚ ਹੈ। ਤਾਂ ਇਸ ਤਰ੍ਹਾਂ ਕੋਈ ਸ਼ਰੀਰ ਧਾਰੀ ਜਿਹੜਾ ਹੈ ਉਹ ਰੱਬ ਨਹੀਂ ਹੈ। ਕਬੀਰ ਜੀ ਕਹਿੰਦੇ ਨੇ ਰੱਬ ਕਹਿਣ ਦੇ ਵਿੱਚ ਵੀ, ਰੱਬ ਦੀ ਸਿਫਤ ਸਲਾਹ ਕਰਨ ਵਿੱਚ ਵੀ, ਉਹਨੂੰ ਮੰਨਣ ਵਿੱਚ, ਉਹਨੂੰ ਜਾਣਨ ਵਿੱਚ ਵੀ ਇੱਕ ਭੇਦ ਹੈ। ਰੱਬ ਸਿਰਫ ਉਹੀ ਹੈ ਜੋ ਸਰਬ ਵਿਆਪਕ ਹੈ। ਉਹਦੇ ਵਾਸਤੇ ਸ਼ਬਦ ਤੁਸੀਂ ਇੱਕ ਓੰਕਾਰ ਵਰਤੋ, ਰਾਮ ਵਰਤੋ ਜਾਂ ਕੋਈ ਸ਼ਬਦ ਵਰਤੋ, ਉਹਦਾ ਮਤਲਬ ਰੱਬ ਉਹ ਨਹੀਂ ਜਿਹੜਾ ਉੱਤੇ ਕਿਤੇ ਸੱਚਖੰਡ ਵਿੱਚ ਬੈਠਾ ਹੈ ਜਾਂ ਜੰਨਤ ਸਵਰਗ ਵਿੱਚ ਬੈਠਾ ਹੈ, ਉਹ ਨਹੀਂ। ਜਰਰੇ ਜਰਰੇ ਦੇ ਅੰਦਰ ਸਮਾਇਆ ਅਸਾਰਾ ਦਿਸਦਾ ਜਗਤ ਉਸੇ ਦਾ ਰੂਪ ਹੈ। ਤੇ ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਕੇ ਅਮਲ ਕਰਾਂਗੇ ਨਾ, ਜਰਰੇ ਜਰਰੇ ਵਿੱਚ ਸਮਾਏ ਹੋਏ ਨੂੰ, ਤਾਂ ਫਿਰ ਭਾਈ ਸਾਡੀ ਸੋਚ ਬਦਲੇਗੀ, ਸਾਡੇ ਬੋਲ ਸੱਚੇ ਹੋਣਗੇ, ਸਾਡਾ ਵਿਹਾਰ ਪਿਆਰਾ ਹੋਏਗਾ, ਪਾਰਦਰਸ਼ੀ ਮਿਲਵਰਤਨ ਹੋਏਗਾ। ਫਿਰ ਇਸ ਦੁਨੀਆ ਉੱਤੇ ਗੰਦਗੀ ਨਹੀਂ ਫੈਲਾਵਾਂਗੇ, ਪਾਣੀ ਵਿੱਚ ਪੋਲੂਸ਼ਨ ਨਹੀਂ ਫੈਲਾਵਾਂਗੇ। ਫਿਰ ਇਹਨਾਂ ਦੇਸ਼ਾਂ ਨੂੰ ਖਤਮ ਕਰਕੇ, ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦੇ ਕੇ ਇੱਕ ਸਾਂਝੀ ਰਾਜਧਾਨੀ ਬਣੇਗੀ। ਪਾਸਪੋਰਟ ਸਿਸਟਮ ਖਤਮ ਹੋਏਗਾ ਔਰ ਕਰੰਸੀ ਇੱਕ ਹੋਏਗੀ। ਜੋ 40-50% ਧਨ ਮਾਰੂ ਹਥਿਆਰਾਂ ਤੇ ਖਰਚ ਹੁੰਦਾ ਹੈ, ਉਹ ਮਨੁੱਖਤਾ ਦੇ ਉਥਾਨ ਵਾਸਤੇ ਹੋਏਗਾ, ਜਦੋਂ ਉਸ ਰਾਮ ਨੂੰ ਸਮਝਾਂਗੇ ਜੋ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੀ ਵਿਵੇਕ। ਰਾਮੈ ਰਾਮ ਕਹੋ ਦਾ ਮਤਲਬ ਰਾਮ ਰਾਮ ਦੀ ਹੀ ਗੱਲ ਕਰ, ਯਾਨੀ ਰੱਬ ਦੇ ਗੁਣ ਗਾ, ਸਿਫਤ ਸਲਾਹ ਕਰ। ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਨਿਰਭੈਤਾ ਨਿਰਵੈਰਤਾ ਇਨਸਾਨੀਅਤ ਆਦਿ ਇਹਨਾਂ ਗੁਣਾਂ ਨੂੰ ਗਾ, ਸਿਫਤ ਸਲਾਹ ਕਰ। ਪਰ ਕਹਿਬੇ ਮਾਹੀ ਵਿਵੇਕ, ਵਿਵੇਕ ਦਾ ਮਤਲਬ ਹੁੰਦਾ ਹੈ ਪਛਾਣ, ਕਿ ਠੀਕ ਕੀ ਹੈ ਔਰ ਗਲਤ ਕੀ ਹੈ। ਪਰ ਜੋ ਤੂੰ ਸਿਫਤ ਸਲਾਹ ਕਰ ਰਿਹਾ ਹੈ, ਰੱਬ ਦੀ ਗੱਲ ਕਰ ਰਿਹਾ ਹੈ, ਇਹਨੂੰ ਵਿਚਾਰ ਕੇ ਵੇਖ ਲੈ। ਇਹ ਗੱਲ ਇੱਕ ਸਮਝਣ ਵਾਲੀ ਹੈ, ਵਿਵੇਕ ਵਾਲੀ ਹੈ, ਚੇਤੇ ਰੱਖਣ ਵਾਲੀ ਗੱਲ ਹੈ, ਨਿਰਣਾ ਕਰਨ ਵਾਲੀ ਗੱਲ ਹੈ। ਏਕ ਅਨੇਕਹਿ ਮਿਲ ਗਿਆ, ਇੱਥੇ ਅਨੇਕਹਿ ਬਿੰਦੀ ਲਗਾ ਕੇ ਪੜਾਂਗੇ, ਏਕ ਅਨੇਕਹਿ ਮਿਲ ਗਿਆ। ਇੱਕ ਰਾਮ ਜਿਹੜਾ ਹੈ ਉਹ ਤੇ ਅਨੇਕਾਂ ਦੇ ਅੰਦਰ ਮਿਲਿਆ ਹੋਇਆ ਹੈ, ਯਾਨੀ ਸਾਰੇ ਉਹਦਾ ਹੀ ਰੂਪ ਨੇ। ਜਿਵੇਂ ਅਸੀਂ ਸੁਹੇਲਾ ਸਾਹਿਬ ਦੀ ਪਾਵਨ ਬਾਣੀ ਚ ਪੜ੍ਹਦੇ ਹਾਂ ਨਾ, ਸੁਹੇਲਾ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਸਹਿਸ ਤਬ ਨੈਣ ਨਨ ਨੈਣ ਹੈ ਤੋਹਿ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਚਲਤ ਮੋਹੀ। ਕਿ ਆ ਸਾਰੀਆਂ ਦਿਸਦੀਆਂ ਮੂਰਤੀਆਂ ਤੇਰੀਆਂ ਹੀ ਨੇ, ਆ ਸਾਰੀਆਂ ਅੱਖਾਂ ਤੇਰੀਆਂ ਹੀ ਨੇ, ਆ ਸੋਹਣੇ ਸੋਹਣੇ ਪੈਰ ਤੇਰੇ ਹੀ ਨੇ, ਲੇਕਿਨ ਤੇਰਾ ਕੋਈ ਪੈਰ ਨਹੀਂ। ਇਹ ਨਹੀਂ ਕਿ ਤੇਰੇ ਪੈਰ ਕਿਸੇ ਇੱਕ ਕਿਸਮ ਦੇ ਨੇ। ਇੱਕ ਅਨੇਕਾਂ ਮਿਲ ਗਿਆ। ਇੱਕ ਤੇ ਉਹ ਨੇ ਜਿਹੜੇ ਅਨੇਕਾਂ ਦੇ ਵਿੱਚ ਮਿਲੇ ਹੋਏ ਨੂੰ ਸਰਬ ਵਿਆਪਕ ਨੂੰ ਵੇਖਦੇ ਨੇ। ਏਕ ਸਮਾਨਾ ਏਕ, ਪਰ ਇੱਕ ਰਾਮ ਉਹ ਹੈ ਜਿਹੜਾ ਸਿਰਫ ਇੱਕ ਸਰੀਰ ਵਿੱਚ ਹੀ ਸਮਾਇਆ ਹੋਇਆ ਹੈ, ਤੇ ਉਹ ਹੈ ਦਸ਼ਰਥ ਦਾ ਪੁੱਤਰ। ਉਹ ਰੱਬ ਨਹੀਂ ਹੈ।
ਉਹ ਇੱਕ ਸਰੀਰ ਵਿੱਚ ਹੀ ਸਮਾਇਆ ਹੋਇਆ ਹੈ। ਉਹ ਰੱਬ ਨਹੀਂ ਹੋ ਸਕਦਾ ਜਿਹੜਾ ਸਰੀਰਧਾਰੀ ਹੈ, ਉਹ ਰੱਬ ਹੈ ਜੋ ਸਰਬ ਵਿਆਪਕ ਹੈ। ਤਾਂ ਗੁਰੂ ਸਾਹਿਬ ਜੀ ਰਹਿਮਤ ਕਰਨ, ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੇ ਵਿਚਾਰ ਅਸੀਂ ਆਪ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੀਏ, ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰੀਏ, ਜਿਸ ਕਰਕੇ ਸਾਡਾ ਇਹ ਜੀਵਨ ਮਹਾਨ ਹੋ ਸਕੇ, ਸਾਡੀ ਪਰਸਨਲ ਲਾਈਫ, ਫੈਮਿਲੀ ਲਾਈਫ ਔਰ ਸੋਸ਼ਲ ਲਾਈਫ ਸਵਰਗ ਹੋ ਸਕੇ।